ਅੱਜ ਸਮਰਾਲਾ ਹਲਕੇ ਵਿੱਚ ਕਾਂਗਰਸ ਦੇ ਉਮੀਦਵਾਰ ਰੁਪਿੰਦਰ ਸਿੰਘ ਰਾਜਾ ਗਿੱਲ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਹੈ ਜਦੋਂ ਅਮਰੀਕ ਸਿੰਘ ਢਿੱਲੋਂ ਗਰੁੱਪ ਦੇ ਅਪਰੂਵਮੈਂਟ ਟਰਸਟ ਦੇ ਚੇਅਰਮੈਨ ਸ਼ਕਤੀ ਆਨੰਦ ਨੇ ਆਪਣੇ ਕੌਂਸਲਰਾਂ ਸਮੇਤ ਅਤੇ ਪਿੰਡਾਂ ਦੇ ਪੰਚਾਂ ਸਰਪੰਚਾਂ ਦੇ ਲੰਬੜਦਾਰਾਂ ਸਮੇਤ ਕਾਂਗਰਸ ਦੇ ਉਮੀਦਵਾਰ ਰਾਜਾ ਗਿੱਲ ਦੇ ਨਾਲ ਤੁਰਨ ਦਾ ਫੈਸਲਾ ਲਿਆ ਹੈ। ਇਸ ਸਮੇਂ ਸ਼ਕਤੀ ਆਨੰਦ ਨੇ ਬਹੁਤ ਜ਼ਿਆਦਾ ਵੱਡੇ ਇਕੱਠ ਵਿੱਚ ਸੰਬੋਧਨ ਕਰਦੇ ਕਿਹਾ ਹੈ ਕਿ ਮੈਂ ਸ਼ੁਰੂ ਤੋਂ ਹੀ ਕਾਂਗਰਸੀ ਹਾਂ ਤੇ ਕਾਂਗਰਸ ਨਾਲ ਰਹਾਂਗਾ। ਕਾਂਗਰਸ ਪਾਰਟੀ ਜਿਸ ਨੂੰ ਵੀ ਟਿਕਟ ਦੇ ਕੇ ਨਵਾਜੇਗੀ ਅਸੀਂ ਉਸ ਦੇ ਨਾਲ ਹੀ ਤੁਰਾਂਗੇ। ਇਸ ਸਮੇਂ ਰਾਜਾ ਗਿੱਲ ਦੀ ਅਤੇ ਗੁਰਕੀਰਤ ਕੋਟਲੀ ਕੈਬਨਿਟ ਮੰਤਰੀ ਪੰਜਾਬ ਨੇ ਆਪਣੇ ਸਾਥੀਆਂ ਸਮੇਤ ਸ਼ਕਤੀ ਆਨੰਦ ਦੇ ਗ੍ਰਹਿ ਵਿਖੇ ਪਹੁੰਚ ਕੇ ਜਿੱਥੇ ਕਿ ਉਹਨਾਂ ਨੇ ਵਿਸ਼ਵਾਸ ਦਿਵਾਇਆ ਅਸੀਂ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਮਿਲ ਕੇ ਹਲਕਾ ਸਮਰਾਲੇ ਦੇ ਵਿਕਾਸ ਵਿੱਚ ਕੋਈ ਵੀ ਕਮੀ ਨਹੀਂ ਆਉਣ ਦੇਵਾਂਗੇ। ਆਓ ਤੁਹਾਨੂੰ ਦਿਖਾ ਰਹੇ ਹਾਂ ਸਾਡੇ ਪੱਤਰਕਾਰ ਜਤਿੰਦਰ ਕੁਮਾਰ ਚੜੌਦੀ ਦੀ ਇਹ ਖਾਸ ਰਿਪੋਰਟ। ਸ਼ਕਤੀ ਆਨੰਦ ਜੀ ਦੇ ਘਰ ਤੇ ਵਿਖੇ ਕੈਬਨਿਟ ਮੰਤਰੀ ਪੰਜਾਬ ਸਰਕਾਰ ਸਰ ਗੁਰਕੀਰਤ ਸਿੰਘ ਜੀ ਤੇ ਉਹਨਾਂ ਦੇ ਨਾਲ ਬੈਠੀ ਮਾਛੀਵਾੜਾ ਸਾਹਿਬ ਸ਼ਹਿਰ ਦੀ ਸਾਰੀ ਸੀਨੀਅਰ ਲੀਡਰਸ਼ਿਪ ਤੇ ਦਿਹਾਤੀ ਏਰੀਏ ਦੇ ਵਿੱਚੋਂ ਆਏ ਸਾਰੇ ਸੀਨੀਅਰ ਬਲਾਕ ਸੰਮਤੀ ਮੈਂਬਰ ਸਰਪੰਚ ਪੰਚ ਸਾਹਿਬਾਨ ਅਤੇ ਕਾਂਗਰਸ ਪਾਰਟੀ ਦੀ ਰੀੜ ਦੀ ਹੱਡੀ ਵਰਕਰ ਸਾਹਿਬਾਨ। ਅੱਜ ਦਾ ਜਿਹੜਾ ਆਪਣਾ ਇਹ ਇਕੱਠ ਹੈ ਇੱਥੇ ਸ਼ਕਤੀ ਆਨੰਦ ਉਹਨਾਂ ਦੇ ਘਰ ਦੇ ਵਿੱਚ ਹੋਇਆ। ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਵਿਧਾਨ ਸਭਾ ਦੀ ਚੋਣ ਪੰਜਾਬ ਸੂਬੇ ਦੇ ਵਿੱਚ ਚੱਲ ਰਹੀ ਹੈ, ਉਸ ਦੇ ਸੰਬੰਧ ਦੇ ਵਿੱਚ ਇਹ ਇਕੱਠ ਹੋਇਆ ਤੇ ਵਿਧਾਨ ਸਭਾ ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਨੇ ਇਸ ਵਾਰ ਮੈਨੂੰ ਇੱਥੋਂ ਉਮੀਦਵਾਰ ਐਲਾਨਿਆ। ਜਦ ਤੋਂ ਮੈਨੂੰ ਇੱਥੋਂ ਉਮੀਦਵਾਰ ਐਲਾਨਿਆ ਮੈਂ ਲਗਾਤਾਰ ਕਾਂਗਰਸ ਪਾਰਟੀ ਵਾਲੇ ਜਿਹੜਾ ਅਹੁਦੇਦਾਰ ਹੈ ਉਹਨਾਂ ਨਾਲ ਸੰਪਰਕ ਸਾਧ ਰਿਹਾ। ਕਈਆਂ ਨਾਲ ਮੇਰੀ ਮੁਲਾਕਾਤ ਹੋ ਗਈ, ਕਈਆਂ ਨਾਲ ਮੇਰੀ ਫੋਨ ਤੇ ਗੱਲ ਹੋ ਗਈ ਤੇ ਕੁਝ ਰਹਿੰਦੇ ਵੀ ਹੈ। ਸਮਾਂ ਬਹੁਤ ਥੋੜਾ ਹੈ, ਇਲਾਕਾ ਬਹੁਤ ਵੱਡਾ ਹੈ, ਤਾਂ ਮੈਂ ਮਾਫੀ ਚਾਹੁੰਦਾ। ਮੇਰੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਹੈ ਵੀ ਮੈਂ ਹਰ ਜਿਹੜਾ ਬੰਦਾ ਜਿਹਦਾ ਵੀ ਮੈਨੂੰ ਪਤਾ ਲੱਗਿਆ ਵੀ ਮੈਂ ਜਲਦੀ ਤੋਂ ਜਲਦੀ ਉਹਦੇ ਨਾਲ ਗੱਲ ਕਰ ਲਾਂ। ਪਰ ਜਿਹਨੂੰ ਕਹਿੰਦੇ ਹੁੰਦੇ ਉਹੀ ਗੱਲ ਹੈ, ਫੋਨ ਐਡਰੈਸ ਵੀ ਕਰਨਾ ਹੈ, ਫੋਨ ਵੀ ਹਰ ਕੋਈ ਪਹਿਲੀ ਵਾਰ ਮਿਲ ਰਹੇ ਹੈ, ਹਰ ਕੋਈ ਮੈਨੂੰ ਟੈਸਟ ਵੀ ਕਰ ਰਿਹਾ, ਅਜਮਾ ਵੀ ਰਿਹਾ, ਗੱਲ ਵੀ ਕਰ ਰਿਹਾ ਤੇ ਮੈਂ ਵੀ ਚਾਹੁੰਦਾ ਵੀ ਮੈਨੂੰ ਕਰੋ, ਠੋਕ ਵਜਾ ਕੇ ਕਰੋ, ਤੁਹਾਡਾ ਸਮਾਂ ਬਿਲਕੁਲ ਕਰੋ ਰਿਸ਼ਤਾ, ਕਿਉਂਕਿ ਇਹ ਛੋਟਾ ਨਹੀਂ ਬੜਾ ਲੰਬਾ ਨਿਭਾਉਣਾ ਆਪਾਂ ਨੇ। ਠੋਕੋ ਵਜਾਓ, ਟੈਸਟ ਕਰੋ, ਜਿੱਥੋਂ ਆਏ ਆ, ਜਿਹੜੇ ਪਰਿਵਾਰ ਚੋਂ ਆਏ, ਜਿਹੜੇ ਸ਼ਹਿਰ ਚੋਂ ਆਏ ਆ, ਉੱਥੋਂ ਪਤਾ ਕਰਾਓ, ਆਪਣੇ ਰਿਸ਼ਤੇਦਾਰ ਤੋਂ, ਆਪਣੇ ਦੋਸਤ ਤੋਂ, ਇੱਕ ਵਾਰ ਨਹੀਂ 10 ਵਾਰ ਕਰੋ। ਉਸ ਤੋਂ ਬਾਅਦ ਸੋਚ ਲਿਓ ਵੀ ਜਿਹਨੂੰ ਕਹਿੰਦੇ ਹੁੰਦੇ ਆ ਵੀ ਇਹ ਬੰਦੇ ਨਾਲ ਤੁਰਨਾ ਨਿਭਾਉਣਾ ਹੈ ਕਿ ਨਹੀਂ ਨਿਭਾਉਣਾ। ਜੇ ਕਹਿ ਦੋਗੇ ਵੀ ਜੀ ਨਹੀਂ ਆਹ ਗੱਲਾਂ ਮੂਹਰੇ ਆਈਆਂ, ਸੁਣਨ ਨੂੰ ਤਿਆਰ ਹੋਊਗਾ ਤੇ ਕਹਿ ਦੂੰਗਾ ਜੀ ਹਾਂ ਮੈਂ ਕਸੂਰਵਾਰ ਹੈਗਾ, ਇਹ ਗੱਲ ਤੁਹਾਡੀ ਸੱਚ ਹੈ ਤੇ ਠੀਕ ਹੈ ਵੀ ਮੇਰੇ 'ਚ ਕਸੂਰ ਹੋਊਗਾ, ਉੱਥੇ ਹੀ ਛੱਡ ਦਾਂਗੇ ਗੱਲ। ਹੁਣ ਤਾਂ ਗੱਲ ਇਹ ਹੈਗੀ ਸਰ ਗੁਰਕੀਰਤ ਸਿੰਘ ਦੀ ਹਾਜ਼ਰੀ 'ਚ ਮੈਂ ਬੋਲ ਰਿਹਾ। ਇਹਨਾਂ ਨੇ ਬਿਲਕੁਲ ਠੀਕ ਗੱਲ ਕਹੀ ਵੀ ਦੋ ਚੋਣਾਂ 2012 ਵਿਧਾਨ ਸਭਾ ਤੇ 2017 ਵਿਧਾਨ ਸਭਾ ਦੀਆਂ ਖੰਨੇ ਦੀਆਂ ਮੈਂ ਇਹਨਾਂ ਦੀਆਂ ਐਂ ਲੜੀਆਂ ਵੀ ਪੰਜਾਬ ਦੇ ਵਿੱਚ ਇਹੋ ਜਿਹੀ ਐਗਜ਼ਾਮਪਲ ਨਹੀਂ ਹੋ ਸਕਦੀ। ਪਤਾ ਕਰ ਲਓ ਤੁਸੀਂ, ਮੈਂ ਆਪਣੇ ਮੂੰਹ 'ਚੋਂ ਇਸ ਤੋਂ ਵੱਧ ਲੰਬੀ ਚੌੜੀ ਗੱਲ ਨਹੀਂ ਕਰੂੰਗਾ ਕਿਉਂਕਿ ਆਪਣੇ ਮੂੰਹ 'ਚੋਂ ਕੀ ਗੱਲ ਨਹੀਂ ਗੱਲ ਹੁੰਦੀ, ਗੱਲ ਤਾਂ ਹੁੰਦੀ ਹੈ ਲੋਕੀ ਕੀ ਗੱਲ ਕਰਦੇ। ਮੇਰੇ ਪਿਤਾ ਸਵਰਗੀਏ ਸਰ ਕਰਮ ਸਿੰਘ ਗਿੱਲ 3 ਵਾਰ ਸਮਰਾਲਾ ਵਿਧਾਨ ਸਭਾ ਹਲਕੇ ਤੋਂ ਚੋਣ ਲੜੇ ਆ, ਵਜ਼ੀਰ ਵੀ ਰਹੇ ਆ ਸਰ ਬਿਆਨ ਸਿੰਘ ਦੀ ਗਵਰਨਮੈਂਟ ਦੇ ਵਿੱਚ ਵੀ, ਤੇ ਸਰ ਬਤੌਰ ਮੰਤਰੀ ਉਹਨਾਂ ਦਾ ਦੇਹਾਂਤ ਹੋ ਗਿਆ ਤੇ ਉਦੋਂ ਤੋਂ ਲੈ ਕੇ 25 ਸਾਲ ਤੋਂ ਮੈਂ ਐਜ਼ ਏ ਕਾਂਗਰਸ ਵਰਕਰ ਕੰਮ ਕਰ ਰਿਹਾ। ਪਹਿਲਾ ਉਹਦਾ ਮੈਨੂੰ ਪਿਛਲੇ ਮਹੀਨੇ ਮਿਲਿਆ ਜੀ 13 ਦਸੰਬਰ। ਪਹਿਲਾ ਉਹਦਾ ਕਾਂਗਰਸ ਪਾਰਟੀ, ਮੈਂ ਅੱਜ ਤੱਕ ਕਾਂਗਰਸ ਪਾਰਟੀ ਤੋਂ ਕੁਛ ਨਹੀਂ ਮੰਗਿਆ, ਕਦੇ ਵੀ ਕੁਛ ਨਹੀਂ ਮੰਗਿਆ। ਸਰ ਗੁਰਕੀਰਤ ਸਿੰਘ ਬੈਠੇ ਆ 2012 'ਚ ਜਦੋਂ ਇਹਨਾਂ ਨੇ ਕਿਹਾ ਵੀ ਮੈਂ ਖੰਨੇ ਵਿਧਾਨ ਸਭਾ ਹਲਕੇ ਤੋਂ ਚੋਣ ਲੜਨੀ ਹੈ, ਉਦੋਂ ਹਲਕਾ ਜਰਨਲ ਹੋਇਆ ਸੀਗਾ ਤੇ ਮੇਰੀ ਆਪਣੀ ਇੱਛਾ ਸੀ ਉਸ ਹਲਕੇ ਤੋਂ ਚੋਣ ਲੜਨ ਦੀ। ਪਰ ਇਹ ਮੇਰੇ ਕੋਲ ਘਰੇ ਆਏ ਤੇ ਘਰੇ ਆ ਕੇ ਕਹਿੰਦੇ ਵੀ ਮੈਂ ਇੱਥੋਂ ਚੋਣ ਲੜਨਾ ਚਾਹੁੰਦਾ। ਤਾਂ ਮੈਨੂੰ ਇੱਕ ਵਾਰ ਮੇਰੇ ਤੇ ਬਹੁਤ ਵੱਡਾ ਇਮਤਿਹਾਨ ਦੀ ਘੜੀ ਆਈ, ਬਹੁਤ ਵੱਡੀ ਜ਼ਿੰਦਗੀ ਦੀ, ਪਰ ਮੈਨੂੰ ਕੋਈ ਮੇਰੇ ਉੱਤੇ ਵਾਹਿਗੁਰੂ ਦੀ ਬਹੁਤ ਕਿਰਪਾ ਬਖਸ਼ਿਸ਼ ਹੈ ਵੀ ਜਦ ਮੇਰੇ ਤੇ ਇਮਤਿਹਾਨ ਕੋਈ ਆਇਆ ਮੈਨੂੰ ਉਹਨੇ ਫੈਸਲਾ ਸਹੀ ਕਰਾਇਆ। ਕਾਰਨ ਉਹਦਾ ਇੱਕੇ ਦੱਸ ਦਿੰਦਾ ਵੀ ਮੈਂ ਕਦੇ ਆਪਣੇ ਰਿਸ਼ਤੇਦਾਰ ਦੀ ਕਦੇ ਆਪਣੇ ਜਿਹਨੂੰ ਕਹਿੰਦੇ ਹੁੰਦੇ ਆ ਦੋਸਤ ਦੀ ਗੱਲ ਸੁਣੀ ਜ਼ਰੂਰ ਆ, ਕਿਉਂਕਿ ਆਪਣਾ ਸਮਝ ਕੇ ਬੰਦਾ ਤੁਹਾਡੇ ਨਾਲ ਕੋਈ ਗੱਲ ਕਰਦਾ ਹੁੰਦਾ,
ਪਰ ਮੰਨੀ ਮੈਂ ਆਪਣੀ ਹੈ ਤੇ ਉਸ ਵਾਹਿਗੁਰੂ ਪਰਮਾਤਮਾ ਦਾ ਹੁਕਮ ਲਿਆ। ਮੇਰਾ ਖੁਦ ਦਾ ਰਿਸ਼ਤੇਦਾਰ ਵੀ ਮੈਨੂੰ ਇਹ ਗੱਲ ਕਹਿੰਦੇ ਸੀਗੇ ਵੀ ਇਹ ਤੇਰਾ ਹੱਕ ਬਣਦਾ ਵੀ ਇਹ ਜਿਹਨੂੰ ਕਹਿੰਦੇ ਹੁੰਦੇ ਆ ਵੀ ਇਹ ਜੇ ਹੁਣ ਨਾ ਤੂੰ ਮੌਕਾ ਗਵਾਤਾ ਤੂੰ ਸਾਰੀ ਜ਼ਿੰਦਗੀ ਨਹੀਂ ਜਿਹਨੂੰ ਕਹਿੰਦੇ ਹੁੰਦੇ ਆ ਵੀ ਇਸ ਲਾਈਨ 'ਚ ਆ ਸਕਦਾ। ਪਰ ਮੇਰੀ ਨੀਤ ਸਾਫ਼ ਸੀਗੀ, ਮੈਂ ਆਪਣਾ ਫੈਸਲਾ ਆਪ ਲਿਆ ਤੇ ਅੱਜ ਮੈਂ ਤੁਹਾਡੀ ਕਚਹਿਰੀ 'ਚ ਖੜਾ। ਮੈਨੂੰ ਵਿਧਾਨ ਸਭਾ ਹਲਕਾ ਸਮਰਾਲੇ ਤੋਂ ਕਾਂਗਰਸ ਪਾਰਟੀ ਨੇ ਟਿਕਟ ਦੇ ਕੇ ਨਵਾਜੀ। ਨੀਤ ਬਿਲਕੁਲ ਸਾਫ਼ ਹੈ। ਸ਼ਕਤੀ ਆਨੰਦ ਜੀ ਬੈਠੇ ਆ, ਇਹ ਘੜੀਓ ਇਹੋ ਜੀ ਇਮਤਿਹਾਨ ਦੀ ਚੱਲ ਰਹੀ ਹੈ, ਪਰ ਮੈਂ ਬਿਲਕੁਲ ਰਿਲੈਕਸ ਹਾਂ ਤੁਹਾਡੇ ਸਿਰ ਤੇ। ਮੈਂ ਇੱਥੇ ਇਹ ਦੇਖ ਲਿਆ ਵੀ ਕਾਂਗਰਸ ਇੱਥੇ ਬਹੁਤ ਮਜ਼ਬੂਤ ਹੈ। ਕੋਈ ਗੱਲ ਨਹੀਂ, 2 ਦਿਨ ਖਰਾਬ ਹੋ ਗਏ, 4 ਦਿਨ ਖਰਾਬ ਹੋ ਗਏ, ਕੋਈ ਗੱਲ ਨਹੀਂ, ਪਰਮਾਤਮਾ ਆਪਣੇ ਆਪ ਕਵਰ ਕਰਾ ਦੂਗਾ। ਤੇ ਦੂਜਾ ਉਸ ਵਾਹਿਗੁਰੂ ਪਰਮਾਤਮਾ ਦਾ ਏਡਾ ਵੱਡਾ ਸ਼ੁਕਰਾਨਾ ਕਰਦਾ ਮੈਂ ਵੀ ਮੈਨੂੰ ਇਸ ਪਵਿੱਤਰ ਧਰਤੀ ਤੇ ਛੱਤ ਮਿਲ ਗਈ ਸੌਣ ਨੂੰ, ਤੇ ਉਹ ਵੀ ਗੁਰੂ ਘਰ ਦੇ ਕੋਲ। ਰਹੀ ਗੱਲ ਸਮਰਾਲਾ ਵਿਧਾਨ ਸਭਾ ਹਲਕਾ, ਜੇ ਆਪਾਂ ਗੱਲ ਕਰੀਏ ਸਮਰਾਲੇ ਦੇ ਨਾਂ ਤੋਂ ਜਾਣਿਆ ਜਾਂਦਾ। ਤੇ ਜੇ ਆਪਾਂ ਗੱਲ ਕਰੀਏ, ਜਾਂ ਮੈਂ ਕਿਸੇ ਨੂੰ ਪੁੱਛਿਆ ਵੀ ਯਾਰ ਵੀ ਰਹਿائش ਮੈਂ ਖੰਨੇ ਨਹੀਂ ਰੱਖਣੀ, ਵੀ ਮੈਂ ਰਹਿائش ਉੱਥੇ ਲੈ ਕੇ ਜਾਣੀ ਆ। ਸਰ ਗੁਰਕੀਰਤ ਸਿੰਘ ਬੈਠੇ, ਕਹਿੰਦੇ ਖੰਨਿਓ ਤੁਸੀਂ ਚੋਣ ਲੜ ਸਕਦੇ ਹੋ, 4 ਕਿਲੋਮੀਟਰ ਤੋਂ ਤਾਂ ਹਲਕਾ ਸ਼ੁਰੂ ਹੋ ਜਾਂਦਾ ਕਲਾਲ ਮਾਜਰੇ ਤੋਂ। ਮੈਂ ਕਿਹਾ ਜੀ ਨਹੀਂ, ਵੀ ਇਹਦੇ ਨਾਲ ਬੰਦਾ ਧਰਤੀ ਨਾਲ ਨਹੀਂ ਜੁੜਦਾ। ਜਿਹੜੀ ਧਰਤੀ ਤੇ ਤੁਸੀਂ ਜਾਣਾ, ਜਦ ਤੱਕ ਤੁਸੀਂ ਉਹ ਧਰਤੀ ਤੇ ਸੌਂਦੇ ਨਹੀਂ, ਉੱਥੇ ਖਾਂਦੇ ਨਹੀਂ, ਉੱਥੇ ਦਾ ਪਾਣੀ ਨਹੀਂ ਪੀਂਦੇ, ਤੁਹਾਡੇ ਅੰਦਰ ਉਹ ਕੁਦਰਤ ਵੱਲੋਂ ਸਿਸਟਮ ਨਹੀਂ ਆਨ ਹੁੰਦਾ। ਤਾਂ ਮੈਨੂੰ ਫਿਰ ਕਿਸੇ ਨੇ ਇਹ ਗੱਲ ਕਿਹਾ ਵੀ ਨਹੀਂ ਜੀ ਮਾਛੀਵਾੜਾ ਸਾਹਿਬ ਨਹੀਂ, ਤੁਸੀਂ ਸਵਰਾ ਸੀ ਉਦੋਂ। ਜਦ ਮੈਨੂੰ ਖਾਸ ਪਤਾ ਲੱਗ ਗਿਆ ਸੀ ਵੀ ਪਾਰਟੀ ਕੋਈ ਵੱਡਾ ਫੈਸਲਾ ਕਰਨ ਜਾ ਰਹੀ ਹੈ, ਉਹ ਪਾਰਟੀ ਦਾ ਫੈਸਲਾ ਸੀ। ਮੇਰੇ 'ਚ ਮੈਂ ਤਾਂ ਯਾਰ ਇੱਕ ਵਰਕਰ ਹਾਂ, ਮੇਰੇ 'ਚ ਇੰਨੀ ਤਾਕਤ ਹੈ ਨਹੀਂ ਵੀ ਮੈਂ ਐਡੀ ਵੱਡੀ ਕਾਂਗਰਸ ਪਾਰਟੀ ਦਾ ਫੈਸਲਾ ਬਦਲਾ ਦਾਂ। ਫੈਸਲਾ ਉਹਨਾਂ ਨੇ ਬਦਲਿਆ, ਰਿਪੋਰਟਾਂ ਉਹਨਾਂ ਨੇ ਬਣਵਾਈਆਂ, ਰਿਪੋਰਟਾਂ ਜਿਹਦੀਆਂ ਵੀ ਬਣੀਆਂ ਉਹਨਾਂ ਨੇ ਉਸ ਤੇ ਫੈਸਲਾ ਦਿੱਤਾ। ਉਹ ਇਕੱਲਾ ਸਮਰਾਲੇ ਹਲਕੇ 'ਚ ਨਹੀਂ ਦਿੱਤਾ, ਪੂਰੇ ਪੰਜਾਬ 'ਚ ਦਿੱਤਾ। ਤੇ ਮੈਂ ਐਜ਼ ਏ ਕਾਂਗਰਸ ਵਰਕਰ, ਮੈਨੂੰ ਹਾਈ ਕਮਾਂਡ ਹੁਣ ਕਹੇ ਵੀ ਨਹੀਂ ਜੀ ਟਿਕਟ ਵਾਪਸ ਕਰ ਦਿਓ, 1 ਮਿੰਟ ਤੋਂ ਪਹਿਲਾਂ ਵਾਹਿਗੁਰੂ ਦੀ ਬਹੁਤ ਕਿਰਪਾ ਹੈ, ਬਿਨਾਂ ਟਿਕਟ ਤੋਂ, ਬਿਨਾਂ ਐਮਐਲਏ ਤੋਂ ਬਹੁਤ ਵੱਡਾ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਬਹੁਤ ਵੱਡਾ ਨਾਮ ਹੈ ਆਪਣੇ ਭਰਾਵਾਂ ਦੇ ਸਿਰ ਤੇ, ਸਰ ਗੁਰਕੀਰਤ ਸਿੰਘ ਹੋਰਾਂ ਦੇ ਸਿਰ ਤੇ। ਜਿਹੜੀ ਗੱਲ ਰਹੀ ਵੀ ਕੰਮ ਕਰਨ ਦਾ ਤਰੀਕਾ ਕੀ ਹੋਊਗਾ ਸ਼ਕਤੀਨਾਥ ਜੀ, ਮੈਂ ਸਾਰੇ ਸਵਾਲਾਂ ਦੇ ਜਵਾਬ ਦਊਂਗਾ। ਮੈਂ ਤਾਂ ਹੀ ਕੈਮਰੇ ਵਾਲਿਆਂ ਨੂੰ ਇੱਧਰ ਕਰਤਾ ਵੀ ਮੈਂ ਗੱਲ ਕਰਨਾ ਚਾਹੁੰਦਾ ਅੱਜ ਵੀ, ਤੇ ਜਦ ਵੀ ਗੱਲ ਕਰੂੰਗਾ ਤੁਹਾਡੇ ਨਾਲ ਕਿਸੇ ਨਾਲ ਵੀ ਅੱਖ ਚੱਖ ਪਾ ਕੇ ਕਰੂੰਗਾ। ਮੇਰੀ ਅੱਖ ਤੇ ਕਦੇ ਫਰਕ ਨਹੀਂ ਹੋਊਗਾ। ਵੀ ਸਰ ਬਿਆਨ ਸਿੰਘ ਦਾ ਜਿਹੜਾ ਵਰਕਿੰਗ ਕਰਨ ਦਾ ਤਰੀਕਾ, ਮੈਂ ਉਸ ਟਾਈਮ 20-22 ਸਾਲ ਦਾ ਸੀਗਾ, ਤੇ ਸਰ ਬਿਆਨ ਸਿੰਘ ਮੈਨੂੰ ਬਹੁਤ ਪਿਆਰ ਕਰਦੇ ਸੀ। ਇਹ ਮੈਨੂੰ ਨਹੀਂ ਪਤਾ ਕਿਉਂ ਕਰਦੇ ਸੀ, ਹਾਲਾਂਕਿ ਮੇਰੀ ਉਮਰ ਬਹੁਤ ਘੱਟ ਸੀ। ਮੇਰੇ ਪਿਤਾ ਜੀ ਡਾਇਬਟਿਕ ਸੀਗੇ, ਸ਼ੂਗਰ ਦੇ ਮਰੀਜ਼ ਸੀ, ਤਾਂ ਤਕਰੀਬਨ ਸਾਲ 'ਚ 1-2 ਮਹੀਨੇ ਉਹ ਢਿੱਲੇ ਰਹਿੰਦੇ ਸੀ, ਤੇ ਪੀਜੀਆਈ ਉਹਨਾਂ ਦਾ ਟ੍ਰੀਟਮੈਂਟ ਚੱਲਦਾ ਹੁੰਦਾ ਸੀਗਾ। ਤਾਂ ਕੁਝ ਕੰਮ ਤਾਂ ਉਹ ਫੋਨ ਤੇ ਹੀ ਮਿਨਿਸਟਰ ਸੀਗੇ, ਅਫਸਰਾਂ ਤੋਂ ਕਰਾ ਲੈਂਦੇ ਸੀ, ਪਰ ਕੁਝ ਕੰਮ ਇਹੋ ਜਿਹੇ ਹੁੰਦੇ ਆ ਜਿਹੜੇ ਮੁੱਖ ਮੰਤਰੀ ਤੋਂ ਥੱਲੇ ਹੋ ਨਹੀਂ ਸਕਦੇ। ਤਾਂ ਮੈਨੂੰ ਉਹ ਪਰਚੀ ਦੇ ਦਿੰਦੇ ਸੀ ਬਣਾ ਕੇ ਵੀ ਸਰ ਬਿਆਨ ਸਿੰਘ ਕੋਲ ਜਾ ਕੇ ਵੀ ਇਹ ਕੰਮ ਕਰਾ ਕੇ ਤੈਅ ਆਉਣੇ ਆ, ਵੀ ਸਵੇਰੇ 7 ਵਜੇ ਚੱਲੀ। ਜਦ ਮੈਂ ਜਾਂਦਾ ਸੀ ਉਹ ਪਰਚੀ ਲੈ ਕੇ ਸੀਐਮ ਹਾਊਸ ਦੇ ਵਿੱਚ ਡਰਾਇੰਗ ਰੂਮ ਦੇ ਵਿੱਚ ਬੈਠਾ ਹੁੰਦਾ ਸੀਗਾ, ਤੇ ਉੱਥੇ ਕੈਬਨਿਟ ਦੇ ਵਜ਼ੀਰ ਐਮਐਲਏ ਸਾਰੇ ਸਵੇਰ ਦਾ ਟਾਈਮ ਸਰ ਬਿਆਨ ਸਿੰਘ ਬੜੇ ਸਾਜਰੇ ਉੱਠ ਕੇ ਕੰਮ ਕਰਨ ਵਾਲੇ ਸੀਗੇ, ਸਾਰੇ ਬੈਠੇ ਹੁੰਦੇ ਸੀਗੇ। ਤਾਂ ਲਿਸਟ ਸੀਐਮ ਸਾਹਿਬ ਕੋ ਉੱਪਰ ਬੈਡਰੂਮ 'ਚ ਚਲੇ ਜਾਂਦੀ ਸੀ, ਬਿੱਟੂ ਜੀ ਵੀ ਆਹ ਡਰਾਇੰਗ ਰੂਮ 'ਚ ਬੈਠੇ ਆ। ਸਭ ਤੋਂ ਪਹਿਲਾਂ ਮੈਨੂੰ ਬੁਲਾਉਂਦੇ ਸੀ ਵੀ ਬੇਟੇ ਨੂੰ ਬੁਲਾਓ, ਪਹਿਲਾਂ ਉਹਨੂੰ ਭੇਜੀਏ ਵੀ ਪਿਤਾ ਦਾ ਹਸਪਤਾਲ 'ਚ, ਠੀਕ ਹੈ। ਲਿਸਟ ਲੈ ਕੇ ਜਾਣਾ, ਮੈਂ ਕਿਹਾ ਜੀ ਕਾਹ ਕੰਮ, ਮੈਨੂੰ ਕੁਝ ਨਹੀਂ ਸੀ ਪਤਾ ਹੁੰਦਾ ਕੀ ਕੰਮ ਹੈ। ਜੋ ਮੈਨੂੰ ਦੱਸਿਆ ਜਾਂਦਾ ਸੀਗਾ, ਮੈਂ ਕਹਾ ਮੈਂ ਬਹੁਤ ਸਮਝਦਾ ਮਾਲਕ ਸੀਗਾ, ਮੈਂ ਜੋ ਮੈਨੂੰ ਦੱਸਿਆ ਜਾਂਦਾ ਸੀ ਮੈਂ ਉਹ ਦੱਸ ਦਿੰਦਾ ਸੀ। ਵੀ ਮੈਂ ਪਾਪਾ ਜੀ ਕਹਿੰਦਾ ਹੁੰਦਾ ਸੀ, ਮੈਂ ਕਿਹਾ ਪਾਪਾ ਜੀ ਕਾਹਾ ਕਿਹਾ, ਇੱਕ ਆਹ ਖਾ ਆ ਕਰ ਦਿੰਦੇ ਆ, ਨਹੀਂ ਇਹਨੂੰ ਐ ਨਹੀਂ ਕਰਨਾ, ਇਹਨੂੰ ਐ ਕਰ, ਜੋ ਮੇਰੀ ਉਹਨਾਂ ਨਾਲ ਗੱਲ। ਤੇ ਗੱਲ ਇਹ ਹੈਗੀ ਆ ਵੀ ਮੈਂ ਵਰਕਰ, ਮੈਂ ਇਸ ਟਾਈਮ ਜੇ ਗੱਲ ਕਰਾਂ ਡਿਸਟ੍ਰਿਕਟ ਕਾਂਗਰਸ ਕਮੇਟੀ ਖੰਨਾ ਜ਼ਿਲ੍ਹੇ ਦਾ ਮੈਨੂੰ ਪ੍ਰਧਾਨ ਸਰ ਨਵਜੋਤ ਸਿੰਘ ਸਿੱਧੂ ਤੇ ਕਾਂਗਰਸ ਪਾਰਟੀ ਨੇ ਮੈਨੂੰ ਬਣਾਇਆ ਪਿਛਲੇ ਮਹੀਨੇ। 5-7 ਦਿਨ 10 ਦਿਨ ਪਹਿਲਾਂ ਮੈਨੂੰ ਕਾਂਗਰਸ ਪਾਰਟੀ ਨੇ ਇਸ ਵਿਧਾਨ ਸਭਾ ਹਲਕੇ ਤੋਂ ਟਿਕਟ ਦਿੱਤੀ ਹੈ। ਇਹ ਲੜਾਈ ਲੜ ਲਓ, ਟਾਈਮ ਖਰਾਬ ਨਾ ਕਰੋ। ਇਹ ਲੜਾਈ ਤੁਹਾਡੀ ਲੜਾਈ ਹੈ ਤੇ ਤੁਸੀਂ ਆਪਾਂ ਇਹਨੂੰ ਜਿੱਤ ਲਈਏ ਮਿਲ ਕੇ। ਇਹ ਸਹੀ ਗੱਲ ਆ, ਸਰ ਗੁਰਕੀਰਤ ਸਿੰਘ ਉਹਨਾਂ ਨੇ ਕਹੀ। 3 ਵਿਧਾਨ ਸਭਾ ਹਲਕੇ ਖੰਨੇ ਜ਼ਿਲ੍ਹੇ ਦੇ ਵਿੱਚ, ਖੰਨਾ, ਪੈਲ ਤੇ ਸਮਰਾਲਾ। ਆਹ ਰਾਹੋਂ ਦਾ ਪੁਲ ਹੈ, ਆਹ ਰਾਹੋਂ ਦੇ ਪੁਲ ਤੋਂ ਲੈ ਕੇ ਵਾਹਿਗੁਰੂ ਪਰਮਾਤਮਾ ਇੱਕ ਵਾਰ ਫਤਿਹ ਕਰ ਦੇਵੇ
ਸਰਕਾਰ ਆਪਣੀ ਆਹ ਰਾਹੋਂ ਦੇ ਪੁਲ ਤੋਂ ਲੈ ਕੇ ਉਹ ਜੋੜੇ ਪੁਲ ਤੱਕ ਤੁਹਾਡਾ ਰਾਜ ਹੋਊਗਾ। ਮੈਂ ਇਹ ਗੱਲ ਵੀ ਮੈਂ ਇੱਥੇ ਦਾਅਵੇ ਨਾਲ ਕਹਿ ਸਕਦਾ ਵੀ ਨਹੀਂ ਤਾਂ ਆਪਾਂ ਕਹਿ ਦਿੰਦੇ ਆ ਮੇਰਾ ਹਲਕਾ ਹੈ ਨਹੀਂਗਾ ਖੰਨੇ, ਮੈਂ ਇੰਟਰਫੇਅਰ ਨਹੀਂ ਕਰ ਸਕਦਾ। ਮੈਂ ਪਿਛਲੇ 10 ਸਾਲ ਤੋਂ ਖੰਨਾ ਵਿਧਾਨ ਸਭਾ ਹਲਕਾ ਤੇ ਪੈਲ ਵਿਧਾਨ ਸਭਾ ਹਲਕਾ ਦੇ ਵਿੱਚ ਜਿੰਨੀ ਕੁ ਠੀਕ ਸਮਝਦਾ, ਜਿੱਥੇ ਮੈਨੂੰ ਲੱਗਦਾ ਹੁੰਦਾ ਮੇਰੇ ਜਿਹੜਾ ਲੀਡਰ ਹੈ ਵੀ ਇਹਦੀ ਪੋਜੀਸ਼ਨ ਖਰਾਬ ਨਾ ਹੋਵੇ, ਉੱਥੇ ਮੈਂ ਉਹਨੂੰ ਕੌਨਫੀਡੈਂਸ 'ਚ ਲੈ ਕੇ ਗੱਲ ਕਰਦਾ। ਨਹੀਂ ਤਾਂ ਮੈਂ ਪਿਛਲੇ 10 ਸਾਲ ਤੋਂ ਉੱਥੇ, ਪਹਿਲਾਂ ਸਰਕਾਰ ਨਹੀਂ ਸੀਗੀ ਉਦੋਂ ਵੀ ਮੂਹਰੇ ਹੋ ਕੇ ਕੰਮ ਤੇ ਹੁਣ ਜਦ ਤੋਂ ਸਰਕਾਰ ਹੈ ਪਿਛਲੇ 7 ਸਾਲ ਤੋਂ, ਕੋਈ ਇੱਕ ਬੰਦਾ ਉਂਗਲ ਖੜੀ ਕਰਕੇ ਕਹਿ ਦੇ ਵੀ ਤੁਹਾਡੇ ਤੇ ਆਹ ਦਾਗ 5 ਸਾਲਾਂ ਦੇ ਵਿੱਚ ਲੱਗਿਆ। ਕੋਈ ਵੀ ਚਾਹੇ ਕਿਸੇ ਨਾਲ ਧੱਕਾ ਕਰਨਾ, ਚਾਹੇ ਕੋਈ ਭ੍ਰਿਸ਼ਟਾਚਾਰ ਕਰਨਾ, ਚਾਹੇ ਕਿਸੇ ਦੀ ਜਿਹਨੂੰ ਕਹਿੰਦੇ ਹਨ ਇਨਸਲਟ ਕਰਨਾ, ਵੀ ਬੇਇੱਜ਼ਤੀ ਕਰਦੀ, ਕੋਈ ਇੱਕ ਬੰਦਾ। ਤਾਂ ਗੱਲ ਕਹਿਣ ਦੀ ਇੰਨੀ ਓ ਹੈ ਵੀ ਚਲੋ ਅੱਜ ਦਾ ਦਿਨ ਬਹੁਤ ਹੀ ਵਧੀਆ ਦਿਨ, ਬਹੁਤ ਹੀ ਵਧੀਆ। ਇਮਤਿਹਾਨ ਦੀ ਘੜੀ ਸਭ ਦੀ ਉਹ ਹੈ, ਮੈਂ ਇਹ ਨਹੀਂ ਕਹਿੰਦਾ ਮੇਰੀ ਆ, ਤੁਹਾਡੀ ਵੀ ਆ। ਪਰ ਹੁਣ ਆਪਾਂ ਇਹ ਸਾਰੀਆਂ ਗੱਲਾਂ ਨੂੰ ਪਰੇ ਹਟਦੇ ਹੋਏ, ਤੁਸੀਂ ਸਾਰੇ ਮਿਊਨਿਸਪਲ ਕੌਂਸਲਰ ਸਾਹਿਬਾਨ ਬੈਠੇ ਆ ਸ਼ਹਿਰ ਦੇ, ਤਾਂ ਸਾਰੇ ਗੱਲਾਂ ਨੂੰ ਦੇਖਦੇ ਹੋਏ ਆਪਾਂ ਆਪਣੀ ਚੋਣ ਮੁਹਿੰਮ ਨੂੰ ਚੱਕੀਏ। ਕੋਈ ਵੀ ਸਵਾਲ ਕਿਸੇ ਮੈਨੂੰ ਸਵਾਲ ਹੁੰਦੇ ਆ, ਮੈਨੂੰ ਚੰਗਾ ਲੱਗਦਾ ਜਿਹੜਾ ਮੈਨੂੰ ਸਵਾਲ ਕਰਦਾ, ਕਿਉਂਕਿ ਜਦ ਆਪਾਂ ਨੂੰ ਪਤਾ ਹੋਵੇ ਆਪਾਂ ਤਾਂ ਸੱਚ ਦੀ ਗੱਲ ਕਰਨੀ ਹੈ, ਕੋਈ ਆਪਣੇ 'ਚ ਫਰੇਬ ਨਹੀਂ, ਕੋਈ ਚੁਸਤੀ ਨਹੀਂ। ਮੈਂ ਕੱਲ ਸਮਰਾਲੇ ਪਬਲਿਕ ਮੀਟਿੰਗ 'ਚ ਬੋਲ ਰਿਹਾ ਸੀਗਾ, ਹਰ ਜਗ੍ਹਾ ਕੋਈ ਨਾ ਕੋਈ ਸਵਾਲ ਅੱਜ ਕੱਲ੍ਹ, ਕਿਉਂਕਿ ਜਦ ਤੋਂ ਕਰਨਾ ਵੀ ਚਾਹੀਦਾ, ਵੈਸੇ ਕੋਈ ਗਲਤ ਗੱਲ ਵੀ ਨਹੀਂ। ਆਮ ਆਦਮੀ ਪਾਰਟੀ ਚੋਣ ਲੜਨ ਲੱਗੀ ਆ ਪੰਜਾਬ ਦੇ ਵਿੱਚ, ਉਹਨਾਂ ਦਾ ਹੱਥ ਊਂ ਤਾਂ ਪੈ ਨਹੀਂ ਰਿਹਾ। ਕਈ ਚੋਣਾਂ ਇੱਥੋਂ ਹਾਰ ਚੁੱਕੇ, ਕਿਉਂਕਿ ਹਾਰਨਾ ਹੀ ਆ ਉਹਨਾਂ ਨੇ। ਬਿਲਕੁਲ ਬਗੈਰ ਤਜਰਬੇ ਵਾਲੇ ਜਿਹੜੇ ਬੰਦੇ ਆ ਉਹਨਾਂ ਨੂੰ ਉਹ ਚੱਕ ਟਿਕਟਾਂ ਦੇ ਰਹੇ ਆ। ਕਦੇ ਉਹਨਾਂ ਦਾ ਉਮੀਦਵਾਰ ਇੱਥੇ ਸਰਬੰਸ ਮਾਨਕੀ ਹੈ, ਕਦੇ ਜਗਤਾਰ ਸਿੰਘ ਦਿਆਲਪੁਰ ਹੈ, ਤੇ ਕਦੇ ਕੋਈ ਹੈ। ਤਾਂ ਇੱਥੇ ਕਾਂਗਰਸ ਪਾਰਟੀ ਦੇ ਵਿੱਚ ਆ ਸਰ ਗੁਰਕੀਰਤ ਸਿੰਘ ਉਹੀ ਪਰਿਵਾਰ ਹੈ, ਤੁਸੀਂ ਵੀ ਉਹੀ ਪਰਿਵਾਰ ਹੋ, ਦਾਦੇ ਪੋਤਿਆਂ ਤੋਂ ਉਹੀ ਚੱਲੇ ਆ ਰਹੇ ਹੋ, ਅਸੀਂ ਵੀ ਉਹੀ ਪਰਿਵਾਰ। ਤਾਂ ਇਹ ਸਭ ਤੋਂ ਮਜ਼ਬੂਤ ਰਿਸ਼ਤਾ। ਮੈਂ ਇਹ ਸਮਝਦਾ ਸੀਗਾ ਵੀ ਜਦ ਟਿਕਟ ਮਿਲੀ, ਅਨਾਉਂਸ ਹੋਈ, ਤਾਂ ਮਾਛੀਵਾੜਾ ਸਾਹਿਬ ਦੀ ਧਰਤੀ ਦੇ ਉੱਤੇ ਮੇਰੇ ਜਿਹੜੇ ਸਭ ਤੋਂ ਨੇੜੇ ਦੇ ਸ਼ਕਤੀ ਆਨੰਦ ਜੀ, ਜਿਹੜੇ ਸਭ ਤੋਂ ਨੇੜੇ ਦੇ 2 ਘਰ ਸੀ, ਅੱਜ ਮੈਂ ਉਹ ਵੀ ਗੱਲ ਕਰ ਲੈਣਾ ਤੁਹਾਡਾ। ਇੱਕ ਸਾਡਾ ਰਿਸ਼ਤੇਦਾਰ ਪਰਿਵਾਰ ਤੇ ਇੱਕ ਉਹ ਸਾਰਾ ਪਰਿਵਾਰ ਤਾਂ ਨਹੀਂ, ਉਹ ਪਰਿਵਾਰ ਜਿਹਨੂੰ ਕਹਿੰਦੇ ਹੁੰਦੇ ਆ, ਉਹਨਾਂ ਚੋਂ ਇੱਕ ਜੀ ਉਸ ਪਰਿਵਾਰ ਦਾ ਪਿਛਲੇ 3-4 ਸਾਲ ਤੋਂ ਮੇਰੇ ਬਹੁਤ ਨਜ਼ਦੀਕੀ ਸੀ। ਮੈਂ ਕਿਹਾ ਚਲੋ ਉੱਥੇ ਤਾਂ ਉਹ ਸਾਂਭ ਲੈਣਗੇ, ਪਰ ਗੁਰੂ ਪ੍ਰਮਾਤਮਾ ਉਹਨੂੰ ਜਿਹਨੂੰ ਕਹਿੰਦੇ ਬੰਦਾ ਕੁਝ ਸੋਚਦਾ ਪਰ ਉਹਨੇ ਕੁਝ ਕਰਾਉਣਾ ਹੁੰਦਾ। ਤੇ ਅੱਜ ਉਹ ਦੇਖੋ ਵੀ ਉਹ ਪਰਿਵਾਰ, ਕਿਉਂਕਿ ਜੱਗ ਯਾਰ ਆਪਾਂ ਪਰਿਵਾਰਕ ਤੌਰ ਤੇ ਇੱਥੇ ਬੈਠੇ ਆ, ਇੱਥੇ ਕੋਈ ਸਿਆਸੀ ਗੱਲਾਂ ਨਹੀਂ ਹੋ ਰਹੀਆਂ, ਇੱਥੇ ਕਾਂਗਰਸ ਪਰਿਵਾਰ ਬੈਠਾ ਤੇ ਗੱਲ ਹੋ ਰਹੀ ਹੈ ਪੂਰੀ ਖੁੱਲ੍ਹ ਕੇ ਵੀ ਉਹ ਦੋਏ ਪਰਿਵਾਰ ਉਦਣ ਤੋਂ ਲੈ ਕੇ ਅੱਜ ਤੱਕ ਆਹ ਸਰ ਗੁਰਕੀਰਤ ਸਿੰਘ ਬੈਠੇ 3 ਘੰਟੇ ਮਾਛੀਵਾੜਾ ਸਾਹਿਬ ਦੀ ਧਰਤੀ ਤੇ ਉਹਨਾਂ ਨੂੰ ਮਿਲਣ ਲਈ। ਇੱਥੇ 3 ਘੰਟੇ ਇਲੈਕਸ਼ਨ ਦਾ ਟਾਈਮ, ਜਿਸ ਟਾਈਮ ਇੰਨਾ ਕੀਮਤੀ ਟਾਈਮ ਹੈ ਮੇਰੇ ਲਈ, ਅਸੀਂ ਕਾਰ ਜਿੱਥੇ ਗੇੜੇ ਕੱਢਦੇ ਰਹੇ, ਸਾਨੂੰ ਉਹਨਾਂ ਨੇ ਟਾਈਮ ਨਹੀਂ ਦਿੱਤਾ ਮਿਲਣ ਦਾ ਟਾਈਮ। ਘਰੋਂ ਸਾਨੂੰ ਉਹਨਾਂ ਨੇ ਗੱਡੀ 'ਚ ਬੈਠਿਆਂ ਨੂੰ ਬੁਲਾਇਆ। ਕੋਈ ਗੱਲ ਨਹੀਂ, ਜਿਹਨੂੰ ਕਹਿੰਦੇ ਕੋਈ ਇੱਕ ਨਹੀਂ ਸਕਦਾ, ਠੀਕ ਆ, ਉਹ ਵਾਹਿਗੁਰੂ ਪ੍ਰਮਾਤਮਾ ਦੀ ਉਸ ਤੇ ਆ। ਤਾਂ ਮੇਰੀ ਨੀਤ ਸਾਫ਼ ਹੈ, ਇਹ ਪਵਿੱਤਰ ਧਰਤੀ ਆ, ਔਰ ਰਲ ਕੇ ਮਿਲ ਕੇ ਇਸ ਪਵਿੱਤਰ ਧਰਤੀ ਦਾ ਨਾਮ ਜਿਹਨੂੰ ਕਹਿੰਦੇ ਹੁੰਦੇ, ਇੱਥੇ ਦੇ ਲੋਕ ਚਾਹੁੰਦੇ ਆ। ਮੈਂ ਵੀ ਦੇਖ ਲਿਆ ਪਿਛਲੇ 5-7 ਦਿਨ ਤੋਂ, ਮੇਰਾ ਪਰਿਵਾਰ ਵੀ ਇੱਥੇ ਆਇਆ ਹੋਇਆ, ਉਹ ਵੀ ਸ਼ਹਿਰ 'ਚ ਬਾਜ਼ਾਰ 'ਚ ਕੋਈ ਚੀਜ਼ ਖਰੀਦਣ ਜਾਂਦਾ, ਕਿਤੇ ਡੋਰ ਟੂ ਡੋਰ ਕਰਦਾ, ਤਾਂ ਰਾਤ ਨੂੰ ਸਾਰੀ ਗੱਲ ਦੱਸਦਾ ਵੀ ਇੱਥੇ ਜੀ ਆਹ ਗੱਲਾਂ ਹੁੰਦੀਆਂ। ਤਾਂ ਮੈਂ ਕੋਈ ਜਾਣ ਨਹੀਂ ਹੈਗਾ ਸਿਆਸਤ ਤੋਂ, ਸਿਆਸੀ ਪਰਿਵਾਰ ਹੈ, ਸਰ ਬਿਆਨ ਸਿੰਘ ਦਾ ਪਰਿਵਾਰ ਹੈ, ਸਵਰਗਵਾਸੀ ਸਰ ਕਰਮ ਸਿੰਘ ਗਿੱਲ ਮੇਰੇ ਪਿਤਾ ਜੀ ਨੇ। ਤਾਂ ਮੇਰੀ ਤੁਹਾਨੂੰ ਇਹੀ ਅਪੀਲ ਹੈ ਵੀ ਆਪਣਾ ਗੁਆਂਢੀ ਹਲਕਾ ਮੁੱਖ ਮੰਤਰੀ ਦਾ ਹਲਕਾ, ਮੁੱਖ ਮੰਤਰੀ ਦੇ ਹਲਕੇ ਦੇ ਆਪਾਂ ਕੰਧ ਨਾ ਕੰਧ ਇਸ ਹਲਕੇ ਦੀ ਹੈ, ਇਹਦਾ ਲਾਹਾ ਲੈ ਲਓ, ਨਹੀਂ ਤਾਂ ਕੁਛ ਨਹੀਂ ਹੋਣਾ। ਮੈਨੂੰ ਕਹੀ ਜਾਂਦੇ ਅਮਰੀਕਾ, ਮੈਨੂੰ ਇਹੀ ਗੱਲ ਵੀ ਇਹ ਅਮਰੀਕਾ ਚਲੇ ਜਾਣਾ, ਮੈਂ ਤਾਂ ਚਾਹੁੰਦਾ ਅਮਰੀਕਾ ਇੱਥੇ ਹੀ ਬਣਾਉਣਾ, ਇਹੀ ਅਮਰੀਕਾ, ਇੱਥੇ ਅਮਰੀਕਾ। ਮੈਂ ਕੱਲ ਬੋਲਦੇ ਹੋਏ ਕਿਹਾ, ਮੈਂ ਕਿਹਾ ਮੈਂ ਸੁਖਬੀਰ ਬਾਦਲ ਮੰਗਲ ਸਮਰਾਲੇ ਨੂੰ ਕੈਲੀਫੋਰਨੀਆ ਨਹੀਂ ਬਣਾ ਸਕਦਾ। ਮੈਂ ਜੀ ਅੱਜ ਵੋਟਾਂ ਦੀ ਇਮਤਿਹਾਨ ਦੀ ਘੜੀ 'ਚ ਖੜਾ, ਮੈਂ ਝੂਠ ਬੋਲ ਕੇ ਕੱਲ ਨੂੰ ਫੇਰ ਆਉਣਾ ਤੁਹਾਡੀ ਕਚਹਿਰੀ 'ਚ ਵੀ ਮੈਂ ਕੈਲੀਫੋਰਨੀਆ ਬਣਾ ਦੂੰਗਾ। ਮੈਂ ਕਿਹਾ ਮੈਨੂੰ ਸਮਾਰਟ ਸਮਰਾਲਾ ਬਣਾ ਸਕਦਾ, ਇੰਨੀ ਮੇਰੇ 'ਚ ਸ਼ਮਤਾ ਹੈਗੀ, ਇੰਨੀ ਸ਼ਮਤਾ ਹੈਗੀ ਮੇਰੇ 'ਚ, ਮੇਰੀ ਤਾਂ ਇੰਨੀ ਵਾਹਿਗੁਰੂ ਪ੍ਰਮਾਤਮਾ ਦੀ ਕਿਰਪਾ ਹੈਗੀ। ਮੈਨੂੰ ਇੱਕ ਮੌਕਾ ਦੇ ਦੇਵੇ, ਮੈਂ ਤੁਹਾਨੂੰ ਕੰਮ ਦੱਸ ਦੂੰਗਾ ਵੀ ਕੰਮ ਕਰਨਾ ਕੀ ਹੁੰਦਾ। ਮੇਰੇ ਨਾਲ ਕੰਮ ਕਰਨਾ ਬਹੁਤ ਔਖਾ, ਕਿਉਂਕਿ ਮੈਂ ਸੱਚ ਸੁਣਦਾ ਤੇ ਸੱਚ ਦੀ ਗੱਲ ਕਰਦਾ।
ਕਿ ਮੂੰਹ ਤੇ ਕਰਦਾ, ਅੱਖ 'ਚ ਅੱਖ ਮਿਲਾ ਕੇ ਕਰਦਾ। ਤਾਂ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ, ਹੱਥ ਬੰਨ੍ਹ ਕੇ ਬੇਨਤੀ ਹੈ, ਜੋ ਵੀ ਸਵਾਲ ਕਰਨਾ ਹੈ ਤੁਹਾਨੂੰ ਤੁਸੀਂ ਕਰ ਸਕਦੇ ਹੋ। ਸਾਰੇ ਬੈਠੇ ਆ, ਮੈਂ ਜਵਾਬ ਦਊਂਗਾ। ਮੈਂ ਹਾਂਜੀ ਕਰੋ ਗੁਰੂ। ਇੰਡਸਟਰੀ ਮਿਨਿਸਟਰ ਕੈਬਨਿਟ ਮਿਨਿਸਟਰ ਪੰਜਾਬ ਸਰਕਾਰ ਸਰਦਾਰ ਗੁਰਕੀਰਤ ਸਿੰਘ ਜੀ ਕੋਟਲੀ, ਜੋ ਅੱਜ ਖਾਸ ਚੱਲ ਕੇ ਇੱਥੇ ਆਏ ਹਨ, ਉਹਨਾਂ ਦੇ ਨਾਲ ਬੈਠੇ ਹੋਏ ਸਾਡੇ ਇਸ ਹਲਕੇ ਤੋਂ ਉਮੀਦਵਾਰ ਸਰਦਾਰ ਕਰਮ ਸਿੰਘ ਜੀ ਗਿੱਲ, ਜੋ 2 ਵਾਰ ਪੰਜਾਬ ਸਰਕਾਰ 'ਚ ਮੰਤਰੀ ਰਹਿ ਚੁੱਕੇ ਹਨ, ਉਹਨਾਂ ਦੇ ਬੇਟੇ ਰੁਪਿੰਦਰ ਸਿੰਘ ਜੀ ਰਾਜਾ ਗਿੱਲ ਜੀ, ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਵੀਰ ਸ਼ਕਤੀ ਆਨੰਦ ਜੀ, ਮੇਰੇ ਵੱਡੇ ਭਰਾ ਕ੍ਰਿਸ਼ਨ ਲਾਲ ਕਾਲੜਾ ਜੀ, ਜੈਦੀਪ ਕਾਣੋ ਜੀ, ਮਾਣੇਵਾਲ ਸਾਹਿਬ, ਸੁਖਵਿੰਦਰ ਜੀ, ਵਕੀਲ ਸਾਹਿਬ, ਮੈਂ ਸਭ ਦਾ ਨਾਂ ਲੈ ਸਕਦਾ। ਸਾਹਮਣੇ ਬੈਠੇ ਹੋਏ ਮੇਰੇ ਕਾਂਗਰਸ ਦੇ ਬਹਾਦਰ ਸਾਥੀਓ, ਮੈਂ ਤਾਂ ਇੱਕੋ ਬੇਨਤੀ ਕਰਨੀ ਆ, ਮਾਛੀਵਾੜੇ ਦੀ ਧਰਤੀ ਨੇ ਜਦੋਂ ਤੋਂ ਸਰਦਾਰ ਅਮਰੀਕ ਸਿੰਘ ਖੜੇ ਸੀ, ਉਹਨਾਂ ਨੂੰ ਹਮੇਸ਼ਾ ਜਿਤਾ ਕੇ ਭੇਜਿਆ। ਪਰਮਾਤਮਾ ਨੂੰ ਪਤਾ ਜਾਂ ਵਰਕਰਾਂ ਨੂੰ ਪਤਾ, ਟਿਕਟ ਕੱਟੀ ਗਈ। ਬੜੇ ਉਹ ਸਤਿਕਾਰਯੋਗ ਨੇ ਸਾਡੇ। ਹੁਣ ਆਪਣਾ ਹੱਕ ਬਣਦਾ, ਹਾਈ ਕਮਾਂਡ ਨੇ ਟਿਕਟ ਦਿੱਤੀ ਆ, ਉਸ ਇਨਸਾਨ ਨੂੰ, ਉਸ ਪਰਿਵਾਰ ਦੇ ਮੈਂਬਰ ਨੂੰ ਜਿਹੜਾ ਬਹੁਤ ਪੁਰਾਣਾ ਸਿਆਚ ਆਪਣੇ 'ਚ ਵਿਚਰਦੇ ਸੀ। ਮੈਨੂੰ ਯਾਦ ਆ, ਮੈਂ ਛੋਟਾ ਜਿਹਾ ਹੁੰਦਾ ਸੀ, ਸਾਡੇ ਪਿੰਡ ਤੁਸੀਂ ਜਾਣਦੇ ਹੋਣੇ, ਸਭ ਤੋਂ ਬੜਾ ਟੂਰਨਾਮੈਂਟ ਸ਼ੇਰਪੁਰ 'ਚ ਹੋਇਆ ਕਰਦਾ ਸੀ। ਉਦੋਂ ਇਹਨਾਂ ਦੇ ਫਾਦਰ ਸਾਹਿਬ ਆ ਕੇ ਉੱਥੇ ਫੀਤਾ ਕੱਢਦੇ ਸੀ ਤੇ ਪਿੰਡਾਂ ਨੂੰ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਦੇ ਕੇ ਜਾਂਦੇ ਸੀ। ਇਹ ਕੋਈ ਜਾਣ ਪਹਿਚਾਣ ਦੇ ਮੁਤਾਜ ਨਹੀਂ। ਵੱਡੇ ਵੀਰ ਨੇ ਬਹੁਤ ਵਧੀਆ ਗੱਲ ਕੀਤੀ ਵੀ ਆਪਾਂ ਬਾਂਹ ਫੜੂਗੇ। ਮੈਨੂੰ ਇੰਨਾ ਪਤਾ, ਅੰਬ ਦੀ ਜਗ੍ਹਾ ਅੰਬ ਲੱਗਦਾ ਹੁੰਦਾ, ਅੱਕ ਦੀ ਜਗ੍ਹਾ ਅੱਕ ਲੱਗਦਾ ਹੁੰਦਾ। ਇਹ ਮਿੱਠਾ ਅੰਬ ਦੀ ਜਗ੍ਹਾ ਅੰਬੇ ਲੱਗਣਾ ਤੇ ਬਹੁਤ ਵਧੀਆ ਪੱਕਿਆ ਅੰਬ ਲੱਗੂਗਾ। ਮੈਂ ਉਸ ਦਿਨ ਬੋਲਦੇ ਵੀ ਕਿਹਾ ਸੀ, ਕਾਂਗਰਸ ਸਾਡੀ, ਮੈਂ ਇਹਨੂੰ ਮਾਂ ਸਮਝਦਾ। ਅਗਰ ਆਪਾਂ ਕੋਈ ਬੰਦਾ ਮਾਂ ਨੂੰ ਛੱਡ ਕੇ ਜਾਂਦਾ ਤਾਂ ਸਮਝ ਲਓ ਵੀ ਉਹਦਾ ਹਾਲ ਕੀ ਹੁੰਦਾ। ਜਦੋਂ ਹਾਈ ਕਮਾਂਡ ਨੇ ਫੈਸਲਾ ਕਰ ਲਿਆ, ਮੈਂ ਸਾਰਿਆਂ ਨੂੰ ਹੱਥ ਜੋੜ ਕੇ ਇੱਕ ਬੇਨਤੀ ਕਰਦਾ, ਆਉਣ ਵਾਲੀ 20 ਤਰੀਕ ਨੂੰ ਇੱਕ ਵੋਟ ਪਾ ਕੇ ਰਾਜਾ ਗਿੱਲ ਜੀ ਨੂੰ ਕਾਮਯਾਬ ਕਰੀਏ। ਰਾਜਾ ਗਿੱਲ ਜੀ MLA ਨਹੀਂ ਬਣਨਗੇ, ਹਰ ਇੱਕ ਮਾਛੀਵਾੜੇ ਦਾ ਬਸਿੰਦਾ, ਮਾਛੀਵਾੜੇ ਦਾ ਕੌਂਸਲਰ, ਮਾਛੀਵਾੜੇ ਦਾ ਚੇਅਰਮੈਨ, ਮਾਛੀਵਾੜੇ ਦੇ ਸਰਪੰਚ, ਪੰਚ, ਮਾਛੀਵਾੜੇ ਦੇ ਵਰਕਰ ਬਣਨਗੇ MLA। ਇਹ ਮੈਂ ਤੁਹਾਨੂੰ ਗਾਰੰਟੀ ਦਵਾਨਾ। ਇਸ ਲਈ ਸਾਰਾ ਕੁਝ ਛੱਡ ਦਿਓ, ਪ੍ਰੈਸ਼ਰ ਵੀ ਬੜੇ ਪੈਣੇ ਆ। ਜੇ ਤੁਸੀਂ ਇੱਕ ਵਾਰ ਅਗਲੇ ਨੂੰ ਕਹਿ ਦਿਓ ਵੀਰ ਜੀ ਟਿਕਟ ਮਿਲ ਗਈ ਰਾਜਾ ਗਿੱਲ ਨੂੰ, ਹੁਣ ਅਸੀਂ ਰਾਜਾ ਗਿੱਲ ਨਾਲ ਆ, ਜੇ ਕਿਤੇ ਬਾਅਦ ਕਾਂਗਰਸ ਨੂੰ ਮਿਲ ਗਈ ਅਸੀਂ ਉਹਦੇ ਨਾਲ ਆ, ਮੇਰੇ ਖਿਆਲ ਬਹੁਤ ਵਧੀਆ ਰਹੂਗਾ, ਜਿਸ ਤਰ੍ਹਾਂ ਸ਼ਕਤੀ ਆਨੰਦ ਜੀ ਨੇ ਕਿਹਾ। ਇਸ ਲਈ ਅੱਜ ਤੋਂ ਬਾਅਦ ਜਿਵੇਂ ਪੰਚਾਇਤਾਂ ਦੇ ਆਪਾਂ ਇਲੈਕਸ਼ਨ ਲੜਦੇ ਆ, ਆਪਣੀ ਸਿਰ ਧੜ ਦੀ ਬਾਜੀ ਲੱਗੀ ਆ ਕ੍ਰਿਸ਼ਨ ਲਾਲ ਕਾਲੜਾ ਜੀ, ਆਪਾਂ ਲੜਦੇ ਆ ਪਿੰਡਾਂ 'ਚ। ਅੱਜ ਇਹ ਸੋਚ ਲਓ ਵੀ ਸਾਡਾ ਇੱਕ ਪੰਚਾਇਤੀ ਇਲੈਕਸ਼ਨ ਆ, ਇਹਦੇ ਲਈ ਕੋਈ ਵੀ ਹਰਬਾ ਜਰਬਾ ਕੁਝ ਵੀ ਕਰਨਾ ਪਵੇ, ਇੱਕ ਵੋਟ ਪਾ ਕੇ ਆਉਣ ਵਾਲੀ 20 ਤਰੀਕ ਨੂੰ ਰਾਜਾ ਗਿੱਲ ਜੀ ਨੂੰ ਕਾਮਯਾਬ ਕਰਕੇ ਭੇਜੀਏ। ਜਿਹੜਾ ਦਫ਼ਤਰ ਦੇ ਕੋਠੀ ਵਾਲੀ ਗੱਲ ਆ, ਪਰਮਾਤਮਾ ਨੇ ਟਾਈਮ ਦਿੱਤਾ, ਇੰਨਾ ਕੁ ਵਧੀਆ ਹਾਈਟੈਕ ਦਫ਼ਤਰ ਵੀ ਚੱਲੂਗਾ ਤੇ ਕੋਠੀ ਵੀ ਇੱਥੇ ਇਹਨਾਂ ਨੇ ਲੈ ਲਈ ਆ। ਤੁਸੀਂ ਹੈਰਾਨ ਰਹਿ ਜੂਗੇ। ਇਹ ਮੈਂ ਪ੍ਰੈਸ ਨੂੰ ਦਾਅਵੇ ਨਾਲ ਕਹਿ ਰਿਹਾ ਗੱਲ, ਬਹੁਤਾ ਸਮਾਂ ਨਾ ਲੈਂਦਾ ਹੋਇਆ। ਗੁਰਕੀਰਤ ਜੀ ਦਾ ਬਹੁਤ ਧੰਨਵਾਦੀ ਆ, ਜਿਨ੍ਹਾਂ ਨੇ ਆਪਣੇ ਇਲੈਕਸ਼ਨ 'ਚੋਂ ਟਾਈਮ ਕੱਢ ਕੇ ਆਪਾਂ ਨੂੰ ਆ ਕੇ ਮਿਲੇ ਆ। ਮੈਂ ਤਾਂ ਇਹ ਕਹਾਂ, ਜਿੱਥੇ ਆਪਾਂ ਰਾਜਾ ਗਿੱਲ ਜੀ ਦੀ ਸਪੋਰਟ ਕਰਨੀ ਆ, ਉੱਥੇ ਜਿਹੜੇ ਆਪਣੇ ਦੋਸਤ ਮਿੱਤਰ ਖੰਨੇ ਵੀ ਹਨ ਜਾਂ ਸਾਹਨੇ ਵਾਲਾ ਹਨ, ਆਪਣਾ ਹੱਕ ਬਣਦਾ ਉਹਨਾਂ ਦੀ ਸਪੋਰਟ ਕਰੀਏ। ਬਹੁਤਾ ਸਮਾਂ ਨਾ ਲੈਂਦਾ, ਖਿਮਾ ਦਾ ਜਾਚਕਾਂ। ਜੈ ਹਿੰਦ, ਜੈ ਭਾਰਤ। ਜਿਹਦੇ ਮੁੱਖ ਮਹਿਮਾਨ ਸਰਦਾਰ ਗੁਰਕੀਰਤ ਸਿੰਘ ਜੀ ਕੋਟਲੀ ਅਤੇ ਸਾਡੇ ਜਿਹੜੇ ਨਵੇਂ ਜਿਨ੍ਹਾਂ ਨੂੰ ਟਿਕਟ ਮਿਲੀ ਆ ਰਾਜਾ ਗਿੱਲ ਜੀ, ਇੱਥੇ ਪਹੁੰਚਦੇ ਹੋਰ ਮੇਰੇ ਸਾਰੇ ਜਿੰਨੇ ਵੀ ਸੀਨੀਅਰ ਲੀਡਰ ਕਾਂਗਰਸ ਦੇ ਬੈਠੇ ਨੇ, ਹੋਰ ਮੇਰੇ ਵਰਕਰ, ਸਰਪੰਚ, ਨੰਬਰਦਾਰ ਜਿੰਨੇ ਵੀ ਇੱਥੇ ਪਹੁੰਚੇ ਨੇ, ਮੈਂ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਇੱਥੇ ਪਹੁੰਚਣ ਦੇ ਬਹੁਤ ਇਹਨਾਂ ਦਾ ਸਵਾਗਤ ਕਰਦਾ। ਮੈਂ ਅਖਬਾਰਾਂ 'ਚ ਪੜ੍ਹਦਾ ਹੁੰਦਾ ਸੀ ਸਰਦਾਰ ਬਿਆਨ ਸਿੰਘ ਦੇ ਪਰਿਵਾਰ ਬਾਰੇ, ਅੱਜ ਉਹਨਾਂ ਨੂੰ ਦੇਖ ਕੇ ਬੇਹੱਦ ਖੁਸ਼ੀ ਹੋਈ ਹੈ
ਜਿਨ੍ਹਾਂ ਦੇ ਪਰਿਵਾਰ ਦੀ ਬਦੌਲਤ ਅੱਜ ਅਸੀਂ ਇੱਥੇ ਖੁਸ਼ੀਆਂ ਪੰਜਾਬ ਦੇ ਵਿੱਚ ਮਾਣ ਰਹੇ ਹਾਂ, ਉਹਨਾਂ ਦੀ ਕੁਰਬਾਨੀ ਦੇ ਬਦੌਲਤ। ਬਾਕੀ ਮੈਂ ਇਹੀ ਕਹੂੰਗਾ ਵੀ ਸਾਡੇ ਜਿਹੜੀ ਕਾਂਗਰਸ ਹੈ ਇਹਦੇ ਵਿੱਚ ਹੀ ਵੱਡੇ ਵੱਡੇ ਲੀਡਰ ਪੈਦਾ ਹੋਏ ਨੇ, ਜਿਨ੍ਹਾਂ ਨੇ ਬਹੁਤ ਵੱਡੇ ਵੱਡੇ, ਜਿਵੇਂ ਸਰਦਾਰ ਬਿਆਨ ਸਿੰਘ ਨੇ ਆਪਣੀ ਜਾਨ ਕੁਰਬਾਨ ਕਰਕੇ ਪੰਜਾਬ ਨੂੰ ਬਚਾਇਆ, ਜਿਵੇਂ ਸਾਡੇ ਸ਼੍ਰੀਮਤੀ ਇੰਦਰਾ ਗਾਂਧੀ ਜੀ ਸੀਗੇ, ਬੰਗਲਾਦੇਸ਼ ਦੇ ਵਿੱਚ ਬਹੁਤ ਜ਼ੁਲਮ ਹੋ ਰਿਹਾ ਸੀਗਾ, ਪਾਕਿਸਤਾਨ ਕਰ ਰਿਹਾ ਸੀ, ਉੱਥੇ ਵੀ ਸਾਡੇ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਆਪਣੀ ਫੌਜ ਭੇਜ ਕੇ 93,000 ਫੌਜੀਆਂ ਦੇ ਹੱਥ ਖੜੇ ਕਰਵਾਏ, ਜੋ ਕਿ ਕਦੇ ਵਰਲਡ 'ਚ ਹੋਇਆ ਹੀ ਨਹੀਂ, ਇਹ ਕੰਮ ਹੀ ਨਹੀਂ ਹੋਇਆ। ਇਹ ਸਾਡੇ ਕਾਂਗਰਸ ਲੀਡਰਾਂ ਦੀ ਪਹਿਚਾਣ ਹੈ। ਬਾਕੀ ਆਪਾਂ ਸਾਰੇ ਹੀ ਜੇ ਸੇਫ ਹਾਂ ਹਿੰਦੁਸਤਾਨ ਦੇ ਵਿੱਚ ਤਾਂ ਇੱਕ ਕਾਂਗਰਸ ਕਰਕੇ ਹਾਂ। ਮੈਂ ਇਹਨਾਂ ਦੇ ਇੱਥੇ ਪਹੁੰਚਣ ਦਾ ਬਹੁਤ, ਬਾਕੀ ਤਾਂ ਲੀਡਰਾਂ ਨੇ ਸਾਰਾ ਕੁਝ ਦੱਸ ਦਿੱਤਾ ਹੈ, ਅਤੇ ਬਾਕੀ ਮੈਂ ਇਹਨਾਂ ਦੇ ਇੱਥੇ ਪਹੁੰਚਣ 'ਤੇ ਇਹਨਾਂ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀ ਹਾਂ। ਬਾਕੀ ਸਾਰਿਆਂ ਦਾ ਧੰਨਵਾਦ। ਬਾਕੀ ਮੈਂ ਸਰ ਦੋ ਕੁ ਲਾਈਨਾਂ ਮੈਂ ਸਰਦਾਰ ਇਹਨਾਂ ਦੇ ਸ਼ਕਤੀ ਆਨੰਦ ਜੀ ਬਾਰੇ ਦੱਸ ਸਕਦਾ ਹਾਂ ਵੀ ਜੋ ਰਸੂਖ ਮੈਂ ਸ਼ਕਤੀ ਆਨੰਦ ਜੀ ਦਾ ਦੇਖਿਆ, ਮੈਂ ਜ਼ਿੰਦਗੀ 'ਚ ਕਿਤੇ ਦੇਖਿਆ ਹੀ ਨਹੀਂ ਹੈਗਾ ਇੰਨਾ ਰਸੂਖ। ਫਿਰ ਮੈਂ ਸੋਚਦਾ ਹੁੰਦਾ ਵੀ ਇਹ ਕਾਰਨ ਕੀ ਹੈ। ਫਿਰ ਮੈਂ ਦੇਖਿਆ ਵੀ ਜਿਹੜੀ ਇਹਨਾਂ ਦੀ ਨਿਮਰਤਾ ਹੈ, ਹਰੇਕ ਨੂੰ ਨੀਵੇਂ ਹੋ ਕੇ ਮਿਲਣਾ, ਕੋਈ ਗਰੀਬ ਹੋਵੇ ਕੋਈ ਅਮੀਰ ਹੋਵੇ, ਸਭ ਨੂੰ ਨੀਵੇਂ ਹੋ ਕੇ ਮਿਲਣਾ। ਮੇਰਾ ਤਾਂ ਖਿਆਲ ਹੈ ਵੀ ਇਹੀ ਗੁਣ ਹੈ ਸਰਦਾਰ ਸ਼ਕਤੀ ਆਨੰਦ ਜੀ ਦਾ। ਬਹੁਤ ਵੱਡਾ ਰਸੂਖ ਹੈ ਜੀ, ਬੇਹੱਦ ਇਲਾਕੇ 'ਚ ਰਸੂਖ ਹੈ। ਫਿਰ ਕਹੂੰ ਤਾਂ ਮੈਂ ਪਹਿਲੇ ਨੰਬਰ 'ਤੇ ਹੀ ਕਹਿ ਸਕਦਾ, ਦਾਅਵੇ ਨਾਲ ਕਹਿ ਸਕਦਾ ਪਹਿਲੇ ਨੰਬਰ 'ਤੇ। ਠੀਕ ਹੈ, ਸਤਿ ਸ੍ਰੀ ਅਕਾਲ। ਸਾਡੇ ਬਹੁਤ ਹੀ ਸਤਿਕਾਰਯੋਗ, ਅਸੀਂ ਤਾਂ ਇਹਨਾਂ ਨੂੰ ਅੰਕਲ ਜੀ ਕਹਿੰਦੇ ਆ, ਕਿਉਂਕਿ ਅੱਜ ਦੇ ਨਹੀਂ, ਮੇਰੇ ਤਾਂ ਦਾਦਾ ਜੀ ਦੇ ਨਾਲ ਦੇ ਇਹ ਚੱਲੇ ਹੋਏ ਨੇ। ਅਸੀਂ ਇਹਨਾਂ ਨੂੰ ਪੁਰਾਣੀ ਦੇਖਦੇ ਆ ਰਹੇ ਹਾਂ, ਸ਼ਕਤੀ ਆਨੰਦ ਜੀ ਨੂੰ, ਔਰ ਉਹਨਾਂ ਦੇ ਗ੍ਰਹਿ ਵਿਖੇ ਅੱਜ ਆਪਾਂ ਉਹਨਾਂ ਦੇ ਸੱਦੇ ਤੇ ਇੱਥੇ ਆਏ ਹੋਏ ਹਾਂ। ਔਰ ਆਏ ਕਿਸ ਮਕਸਦ ਲਈ ਆ, ਤੁਸੀਂ ਤਾਂ ਸਾਰੇ ਵੈਸੇ ਜਾਣਦੇ ਹੀ ਹੋ। ਕਿਉਂਕਿ ਇਲੈਕਸ਼ਨ ਸ਼ੁਰੂ ਹੋ ਗਈ ਹੈ ਔਰ ਸਮਰਾਲੇ ਤੋਂ ਇਸ ਵਾਰ ਸਰ ਰੁਪਿੰਦਰ ਸਿੰਘ ਜੀ ਰਾਜਾ ਗਿੱਲ, ਜਿਹੜੇ ਕਿ ਸਪੁੱਤਰ ਨੇ ਸਾ ਕਰਮ ਸਿੰਘ ਜੀ ਗਿੱਲ, ਉਹ ਵੀ ਸਮਰਾਲੇ ਹਲਕੇ ਦੀ ਨੁਮਾਇੰਦਗੀ ਕਰਦੇ ਰਹੇ ਨੇ, ਤਾਂ ਇਸ ਵਾਰ ਪਾਰਟੀ ਨੇ ਉਹਨਾਂ ਨੂੰ ਠੀਕ ਸਮਝਿਆ, ਉਮੀਦਵਾਰ ਬਣਾ ਕੇ ਇੱਥੇ ਭੇਜਿਆ ਤੁਹਾਡੇ ਵਿਚਕਾਰ। ਤੋਂ ਅੱਜ ਮੈਨੂੰ ਬੜੀ ਖੁਸ਼ੀ ਹੋਈ ਆ ਕਿ ਜਿੰਨੇ ਵੀ ਸਾਡੇ ਕੌਂਸਲਰ ਸਾਹਿਬਾਨ, ਸ਼ਹਿਰ ਦੇ ਪਿੰਡਾਂ 'ਚੋਂ ਸਾਡੇ ਮਾਚੀਵਾੜਾ ਇਲਾਕੇ ਦਾ ਅੱਜ ਇਕੱਠ ਹੋਇਆ, ਬਲਾਕ ਸੰਮਤੀ ਦੇ ਵਿੱਚ ਮੈਂਬਰ ਔਰ ਉਹਦੇ 'ਚ ਸਾਡੇ ਜਿਹੜੇ ਪੰਚ ਸਰਪੰਚ ਨੇ, ਹੋਰ ਸਾਰੇ ਸਾਥੀ, ਖਾਸ ਕਰਕੇ ਸੀਨੀਅਰ ਲੀਡਰਸ਼ਿਪ, ਕਸਤੂਰੀ ਲਾਲ ਮਿੰਟੂ ਜੀ ਬੈਠੇ ਨੇ, ਮਾਨੇਵਾਲ ਸਾਹਿਬ ਬੈਠੇ ਨੇ, ਹੋਰ ਬਹੁਤ ਅਨੇਕਾਂ ਲੋਕ ਜਿਹੜੇ ਨੇ, ਹੁਣ ਨਾਂ 'ਚ ਨਾ ਪੈਂਦਾ ਹੋਇਆ, ਤੁਸੀਂ ਸਾਰੇ ਸਤਿਕਾਰਯੋਗ ਹੋ। ਬਹੁਤ ਵਧੀਆ ਗੱਲ ਆ, ਬੜੀ ਅੱਛੀ ਗੱਲ ਸ਼ਕਤੀ ਆਨੰਦ ਜੀ ਨੇ ਵੀ ਕਹੀ, ਔਰ ਸਾਰਾ ਤੁਹਾਨੂੰ ਬੈਕਗਰਾਉਂਡ ਦੱਸੀ ਹੈ ਬਈ ਕਿਸ ਤਰੀਕੇ ਨਾਲ ਕਾਂਗਰਸ ਪਾਰਟੀ ਨੇ ਪੰਜਾਬ ਦੇ ਵਿੱਚ ਕੰਮ ਕੀਤਾ, ਔਰ ਸਾਰੀਆਂ ਗੱਲਾਂ ਤੋਂ ਤੁਹਾਨੂੰ ਵਾਕਿਫ ਕਰਾਇਆ ਹੈਗਾ। ਬਿਲਕੁਲ ਇਹਦੇ 'ਚ ਕੋਈ ਸ਼ੱਕ ਵੀ ਹੈ ਨਹੀਂ। ਜੇ ਆਪਾਂ ਕੰਪੈਰੀਜ਼ਨ ਕਰੀਏ ਅੱਜ, ਦੇਖੋ ਅੱਜ ਕਿਸ ਗੱਲ ਦੀ ਲੋੜ ਆ ਕਿ ਆਪਾਂ ਕਿਵੇਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ, ਪੰਜਾਬ ਕਿਹਦੇ ਹੱਥਾਂ 'ਚ ਸੁਰੱਖਿਅਤ ਆ, ਪੰਜਾਬ ਕਿਹਦੇ ਹੱਥਾਂ 'ਚ ਪੰਜਾਬ ਦੀ ਸਟੇਬਿਲਿਟੀ ਹੈ। ਕਿਉਂਕਿ ਦੇਖੋ ਗੱਲ ਇਹ ਆ ਕਿ ਪੰਜਾਬ ਜਿਹੜਾ ਬੜਾ ਸੈਂਸਿਟਿਵ ਸਟੇਟ ਆ, ਬੜਾ ਨਾਜ਼ੁਕ ਸੂਬਾ ਹੈ। ਕਾਰਨ ਕੀ ਹੈ ਕਿ ਇੱਕ ਤਾਂ ਆਪਾਂ ਬਾਰਡਰ ਤੇ ਬੈਠੇ ਹਾਂ, ਜਦੋਂ ਵੀ ਬਾਰਡਰ ਤੇ ਪਰਲੇ ਪਾਰ ਸਾਡਾ ਜਿਹੜਾ ਪਾਕਿਸਤਾਨ ਬੈਠਾ, ਉਹ ਹਮੇਸ਼ਾ ਉਹਦਾ ਮਨਸੂਬਾ ਹੁੰਦਾ ਵੀ ਕਿਵੇਂ ਨਾ ਕਿਵੇਂ ਮਾਹੌਲ ਦੇਸ਼ ਦੇ ਵਿੱਚ ਖਰਾਬ ਕੀਤਾ ਜਾਵੇ। ਔਰ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣਦਾ ਤਾਂ ਸਭ ਤੋਂ ਵੱਧ ਨੁਕਸਾਨ ਸਾਡਾ ਪੰਜਾਬ ਦਾ। ਕਿੰਨੇ 2 ਦਹਾਕੇ ਇੱਥੇ ਟੈਰੋਰਿਜ਼ਮ ਵੀ ਰਿਹਾ, ਬੈਠੇ ਨੇ ਕਸਤੂਰੀ ਲਾਲ ਮਿੰਟੂ ਜੀ, ਸ਼ਕਤੀ ਆਨੰਦ ਜੀ, ਸਾਰੇ ਇਹਨਾਂ ਲੋਕਾਂ ਨੇ ਅੱਤਵਾਦ ਲੜਿਆ। ਸੋ ਉਸ ਸਮੇਂ 'ਚ ਬੜਾ ਨੁਕਸਾਨ ਹੋਇਆ, ਪੰਜਾਬ ਕਾਰੋਬਾਰ ਦਾ ਬੜਾ ਨੁਕਸਾਨ ਹੋਇਆ, ਕੰਮ ਧੰਦਿਆਂ ਦਾ ਬਹੁਤ ਨੁਕਸਾਨ ਹੋਇਆ। ਔਰ ਆ ਤਾਂ ਹੁਣ ਕਿਵੇਂ ਆਪਾਂ ਸਾਰੇ ਇੱਥੇ ਬੈਠੇ ਆ, ਨਹੀਂ 4 ਬੰਦੇ ਵੀ ਇਕੱਠੇ ਹੋਣੇ ਮੁਸ਼ਕਲ ਹੋ ਗਏ ਸੀਗੇ। 4-5 ਵਜੇ ਨੂੰ ਬਾਜ਼ਾਰ ਬੰਦ ਹੋ ਜਾਂਦੇ ਸੀ, ਐਂ ਲੱਗਦਾ ਜਿਵੇਂ ਕਰਫਿਊ ਲੱਗਿਆ ਹੋਵੇ, ਮਤਲਬ ਕਹਿਣ ਤੋਂ ਹਨੇਰਾ ਹੀ ਹਨੇਰਾ ਛਾਇਆ ਪਿਆ ਸੀ। ਚਲੋ ਉਸ ਚੋਂ ਕੱਢ ਕੇ ਪੰਜਾਬ ਨੂੰ ਹੁਣ ਅਮਨ ਸ਼ਾਂਤੀ ਵਾਲੇ ਪਾਸੇ ਲੈ ਕੇ ਆਏ, ਔਰ ਪੰਜਾਬ ਨੇ ਤਰੱਕੀ ਦਿੱਤਾ ਕਿ ਅੱਜ ਉਹਨਾਂ ਪਰਿਵਾਰਾਂ ਨੂੰ ਅੱਗੇ ਲੈ ਕੇ ਆਈਏ ਜਿਨ੍ਹਾਂ ਪਰਿਵਾਰਾਂ ਦਾ ਪਿਛੋਕੜ, ਜਿਹੜੇ ਲੋਕਾਂ ਦੀ ਸੇਵਾ ਨੂੰ ਸੇਵਾ ਸਮਝਦੇ, ਔਰ ਜਿਨ੍ਹਾਂ ਦਾ ਕੋਈ ਹੋਰ ਕੰਮਕਾਜ ਨਹੀਂ, ਸਿਰਫ ਤੇ ਸਿਰਫ ਇਹੀ ਆ ਕਿ ਰਾਜਨੀਤੀ 'ਚ ਰਹਿ ਕੇ ਇਮਾਨਦਾਰੀ, ਦਿਆਨਤਦਾਰੀ ਦੇ ਨਾਲ, ਵਫਾਦਾਰੀ ਦੇ ਨਾਲ ਕੰਮ ਕੀਤਾ ਜਾਵੇ, ਔਰ ਲੋਕਾਂ ਨੂੰ ਉਹਨਾਂ ਦਾ ਹੱਕ ਲੈ ਕੇ ਦਿੱਤਾ ਜਾਵੇ। ਸੋ ਅੱਜ ਮੌਜੂਦਾ ਹਾਲਾਤ ਇਸ ਤਰ੍ਹਾਂ ਦੇ, ਦੂਸਰੀਆਂ ਪਾਰਟੀਆਂ ਕਿਤੇ ਵੀ ਨਹੀਂ ਖੜਦੀਆਂ।
ਝਾੜੂ ਪਾਰਟੀ ਆ। ਦਿੱਲੀ ਤੋਂ ਆ ਕੇ ਅੱਜ ਕੇਜਰੀਵਾਲ ਸਾਹਿਬ ਇੱਥੇ ਰਾਜ ਕਰਨ ਨੂੰ ਫਿਰਦੇ ਨੇ ਪੰਜਾਬ ਦੇ ਉੱਤੇ। 2017 'ਚ ਵੀ ਬਹੁਤ ਵੱਡਾ ਇਹਨਾਂ ਨੇ ਰੌਲਾ ਰੱਪਾ ਪਾਇਆ, ਉਦੋਂ ਇੱਕ ਵਾਰ ਹਵਾ ਵੀ ਬਣ ਗਈ ਸੀ ਇਹਨਾਂ ਦੀ, ਔਰ ਇਹ ਕਹਿੰਦੇ ਸੀ ਵੀ 100 ਤੋਂ ਵੱਧ ਸੀਟਾਂ ਅਸੀਂ ਜਿੱਤਾਂਗੇ। ਪਰ ਦੇਖ ਲਓ ਤੁਹਾਡੇ ਸਾਹਮਣੇ ਕੀ ਹਾਲਾਤ ਹੋਏ, ਕਿੰਨੀਆਂ ਕੁ ਸੀਟਾਂ ਇਹਨਾਂ ਨੂੰ ਮਿਲੀਆਂ। ਔਰ ਜੋ ਇਹਨਾਂ ਨੇ 5 ਸਾਲ 'ਚ, ਮੈਂ ਤਾਂ ਹੁਣ ਵਿਧਾਨ ਸਭਾ 'ਚ ਦੇਖਦਾ ਰਿਹਾ, ਬਿਲਕੁਲ ਨਵੇਂ ਬੰਦੇ, ਗੈਰ ਤਜਰਬੇਕਾਰ, ਜਿਨ੍ਹਾਂ ਨੂੰ ਸਿਆਸਤ ਨਾਲ ਕੋਈ ਵਾਹ ਵਾਸਤਾ ਨਹੀਂ ਔਰ ਬਿਲਕੁਲ ਕੋਈ ਸਮਝ ਨਹੀਂ, ਉਹ ਲੋਕ ਜਿਹੜੇ ਨੇ ਉਹ ਅਸੀਂ ਬੈਠੇ ਦੇਖਦੇ ਹੀ ਸਾਹਮਣੇ ਆਪਣੇ। ਔਰ ਉਹਨਾਂ ਨੇ 5 ਸਾਲ ਕੋਈ ਪਰਫਾਰਮੈਂਸ ਨਹੀਂ ਦਿੱਤੀ। ਔਰ ਅਖੀਰ 'ਚ ਆ ਕੇ ਜਦੋਂ ਪਤਾ ਲੱਗਿਆ ਕਿ ਹੁਣ ਉਹਨਾਂ ਨੂੰ ਲੋਕ ਸਵਾਲ ਜਵਾਬ ਕਰਨਗੇ, ਤਾਂ ਫਿਰ ਉਹ ਬਹੁਤ ਸਾਰੇ ਲੋਕ ਇੱਧਰ ਉੱਧਰ ਵੀ ਹੋਏ। ਸੋ ਅੱਜ ਲੋੜ ਆ ਸਟੇਬਿਲਟੀ ਦੀ, ਇੱਕ ਸਥਿਰ ਸਰਕਾਰ ਦੀ, ਇੱਕ ਮਜ਼ਬੂਤ ਸਰਕਾਰ ਦੀ, ਇੱਕ ਚੰਗੀ ਸਰਕਾਰ ਦੀ, ਇੱਕ ਲੋਕਾਂ ਦੀ ਸਰਕਾਰ ਜਿਹੜੀ ਲੋਕਾਂ ਨੂੰ ਸਹੂਲਤਾਂ ਦੇਵੇ। ਅੱਜ ਚੰਨੀ ਸਰਕਾਰ, ਜਿਹਨੂੰ ਲੋਕ ਚੰਗੀ ਸਰਕਾਰ ਕਹਿਣ ਲੱਗੇ, ਔਰ ਜੋ ਇਤਿਹਾਸਕ ਫੈਸਲੇ ਚੰਨੀ ਸਾਹਿਬ ਨੇ, ਕਿਉਂਕਿ ਮੈਂ ਤਾਂ ਹੁਣ ਉਹਨਾਂ ਦੇ ਵਜ਼ਾਰਤ ਦਾ ਇੱਕ ਹਿੱਸਾ ਹੈਗਾ, ਔਰ ਮੈਂ ਤਾਂ ਦੇਖਦਾ ਰਿਹਾ ਕੈਬਨਿਟ ਦੇ ਵਿੱਚ ਬੈਠ ਕੇ ਜੋ ਲੋਕਾਂ ਦੇ ਲਈ ਫੈਸਲੇ ਕੀਤੇ ਉਹਨਾਂ ਨੇ, ਔਰ ਜਿਹੜੀਆਂ ਗੱਲਾਂ ਅਸੀਂ ਉਹਨਾਂ ਨੂੰ ਗਰਾਊਂਡ ਲੈਵਲ ਦੀਆਂ ਦੱਸਦੇ, ਕਿਉਂਕਿ ਦੇਖੋ ਆਪਾਂ ਸਾਰੇ ਜ਼ਮੀਨ ਨਾਲ ਜੁੜੇ ਲੋਕ, ਆਪਾਂ ਨੂੰ ਪਤਾ ਵੀ ਜ਼ਮੀਨੀ ਹਕੀਕਤ ਕੀ, ਲੋਕ ਕੀ ਚਾਹੁੰਦੇ ਨੇ, ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦੀ ਭਾਵਨਾ ਹੈ, ਉਹ ਆਪਾਂ ਜਾਣਦੇ ਹਾਂ ਜਦ। ਸੋ ਜਦੋਂ ਤੱਕ ਇਹ ਭਾਵਨਾ ਉੱਪਰ ਨਹੀਂ ਜਾਂਦੀ, ਜਦੋਂ ਤੱਕ ਇਹ ਭਾਵਨਾ ਸਰਕਾਰੇ ਦਰਬਾਰੇ ਨਹੀਂ ਪਹੁੰਚਦੀ, ਉਦੋਂ ਤੱਕ ਨਹੀਂ ਗੱਲਾਂ ਦਾ ਪਤਾ ਲੱਗਦਾ। ਕਿਉਂਕਿ ਦੇਖੋ ਹੁਣ ਚੰਨੀ ਸਾਹਿਬ ਇੱਕ ਐਸੇ ਮੁੱਖ ਮੰਤਰੀ ਬਣੇ ਸਾਡੇ, ਜਿਹੜੇ ਕਿ ਆਪ ਲੋਕਾਂ 'ਚ ਵਿਚਰਨ ਵਾਲੇ, ਲੋਕਾਂ 'ਚ ਰਹਿਣ ਵਾਲੇ, ਔਰ ਕਮਾਲ ਕਰਤੀ ਦੇਖੋ ਉਹਨਾਂ ਨੇ 3 ਮਹੀਨਿਆਂ 'ਚ ਹੀ ਪੰਜਾਬ ਦੀ ਫਿਜ਼ਾ ਬਦਲ ਕੇ ਰੱਖ। ਅੱਜ ਚੰਨੀ ਕਰ ਰਹੇ ਨੇ ਲੋਕ, ਜਿੱਥੇ ਜਾਂਦੇ ਆ ਲੋਕ ਕਹਿੰਦੇ ਨੇ ਜੀ ਚੰਨੀ ਸਾਹਿਬ ਨੂੰ ਅੱਗੇ ਲੈ ਕੇ ਆਓ। ਔਰ ਦੇਖੋ ਜੋ ਉਹਨਾਂ ਨੇ 24 ਘੰਟਿਆਂ 'ਚੋਂ 20 ਘੰਟੇ ਵੀ 22 ਘੰਟੇ, ਔਰ ਮੈਂ ਤਾਂ ਦੇਖਦਾ ਰਿਹਾ ਮਿੰਟੂ ਜੀ, ਸ਼ਕਤੀ ਨਾਲ ਜੀ, ਕਿ ਨਾਲ ਜਿਹੜੇ ਅਫਸਰ ਹੁੰਦੇ ਸੀ ਉਹਨਾਂ ਦੇ, ਕੋਈ IAS ਅਫਸਰ ਆ, ਕੋਈ IPS ਅਫਸਰ ਆ, ਉਹਨਾਂ ਦੇ ਚਿਹਰੇ ਐ ਹੁੰਦੇ ਸੀ ਜਿਵੇਂ ਥੱਕੇ ਪਏ ਹੁੰਦੇ ਨੇ ਵਿਚਾਰੇ, ਵਿੱਚ ਵੱਜ ਉਹ ਵੀ ਇਹੀ ਕਰਦੇ ਸੀ। ਸਵੇਰੇ 6 ਵਜੇ ਉੱਠ ਕੇ ਤਿਆਰ ਹੋ ਕੇ ਉਹ ਵੀ ਇਹੀ ਕਰਦੇ ਸੀ, ਦੇਖ ਥੱਲੇ ਬਹਿ ਜਾਂਦੇ ਔਰ ਚਲੋ ਉਹਨਾਂ ਨੂੰ ਤਾਂ ਉਹਨਾਂ ਦਾ ਤਜਰਬਾ ਬਹੁਤ ਸੀ ਸਰ ਬੇਅੰਤ ਸਿੰਘ ਜੀ ਦਾ, ਕਿਉਂਕਿ ਲੰਮਾ ਸਮਾਂ ਉਹ MLA ਰਹੇ, ਵਜ਼ੀਰ। ਸਾਡੇ ਵਰਗਿਆਂ ਦੀ ਤਾਂ ਕਿਸਮਤ ਚੰਗੀ ਆ, ਮੰਨੋ ਅਸੀਂ ਤਾਂ 2 ਵਾਰ MLA ਬਣ ਕੇ ਹੀ ਵਜ਼ੀਰ ਬਣ ਗਏ। ਨਹੀਂ, ਸਰ ਬੇਅੰਤ ਸਿੰਘ ਜੀ 4 ਵਾਰ ਲਗਾਤਾਰ MLA ਬਣੇ, ਫਿਰ ਜਾ ਕੇ ਵਜ਼ੀਰ ਬਣੇ, ਔਰ ਫਿਰ ਜਾ ਕੇ ਮੁੱਖ ਮੰਤਰੀ ਬਣੇ। ਬਿਲਕੁਲ ਠੀਕ ਸ਼ਕਤੀ ਨਾਲ ਜੀ ਨੇ ਕਿਹਾ ਕਿ ਸਰਪੰਚ ਤੋਂ ਚੱਲੇ ਬਲਾਕ ਸੰਮਤੀ 'ਚ, ਔਰ ਹਰ ਮਤਲਬ ਪੌੜੀ ਤੇ ਉਹ ਪੈਰ ਧਰ ਕੇ ਜਾ ਕੇ ਫਿਰ ਉਹ ਅਖੀਰੀ ਪੌੜੀ ਤੇ ਜਿਹੜੀ ਹੈ ਮੁੱਖ ਮੰਤਰੀ ਦੀ ਕੁਰਸੀ ਤੇ ਪਹੁੰਚੇ। ਲੋਕਤੰਤਰ ਦੀ ਸਭ ਤੋਂ ਵੱਡੀ ਪੌੜੀ ਆ ਸੂਬੇ ਦੇ ਅੰਦਰ। ਸੋ ਇਸ ਕਰਕੇ ਇਹ ਲੋਕਾਂ ਦਾ ਤਜਰਬਾ ਸੀ, ਔਰ ਬਾਏ ਨੇਮ ਨਾਂ ਲੈ ਕੇ ਬੁਲਾਉਂਦੇ ਸੀਗੇ ਜਿਹਨੂੰ ਵੀ ਬੁਲਾਉਂਦੇ ਸੀ, ਹਰ ਇੱਕ ਵਰਕਰ ਨੂੰ। ਕੋਈ ਜ਼ਰੂਰੀ ਨਹੀਂ ਵੀ ਆਪਣੇ ਪੈਲ ਹਲਕੇ ਨੂੰ ਜਾਣਦੇ ਸੀ, ਪੂਰੇ ਪੰਜਾਬ ਦੇ ਵਿੱਚ, ਮਾਛੀਵਾੜੇ ਦੇ ਵਿੱਚ, ਸਮਰਾਲੇ ਦੇ ਵਿੱਚ, ਅਲੱਗ-ਅਲੱਗ ਥਾਵਾਂ ਤੇ, ਜਿੰਨੇ ਮੈਂ ਕਹਿੰਦਾ ਪਤਾ ਨਹੀਂ ਕਾਹਦੇ ਉਹ ਬਣੇ ਸੀ ਇੰਨੇ ਅਣਥਕ, ਔਰ 24 ਘੰਟੇ ਹੀ ਲੋਕਾਂ 'ਚ ਉਹੀ ਛੁੱਟੀ ਨਹੀਂ ਕਦੇ ਮਾਰੀ ਹੋਣੀ ਉਹਨਾਂ ਨੇ। ਸੋ ਅੱਜ ਅਸੀਂ ਵੀ ਉਹੀ ਪਰੰਪਰਾ ਲੈ ਕੇ, ਉਹੀ ਗੁੜਤੀ ਲੈ ਕੇ ਅੱਜ ਲੋਕਾਂ ਦੀ ਸੇਵਾ ਕਰਦੇ ਆ। ਐਵੇਂ ਨਹੀਂ ਲੋਕ ਸਾਨੂੰ ਵਾਰੀ-ਵਾਰੀ ਜਿਤਾਉਂਦੇ। ਅੱਜ ਸਾਡੀ ਜਿਹੜੀ ਤੀਜੀ ਪੀੜ੍ਹੀ ਹੈ ਲਗਾਤਾਰ ਸਾਡੇ ਪਰਿਵਾਰ ਦੀ, ਕੋਈ ਐਸਾ ਪਰਿਵਾਰ ਨਹੀਂ ਪੰਜਾਬ ਦੇ ਵਿੱਚ ਸਿਆਸਤ 'ਚ ਜਿਹਦੀ ਅੱਜ ਤੀਜੀ ਪੀੜ੍ਹੀ ਲਗਾਤਾਰ ਪੰਜਾਬ ਦੀ ਵਿਧਾਨ ਸਭਾ 'ਚ ਲਗਾਤਾਰ। ਸਰ ਬੇਅੰਤ ਸਿੰਘ ਜੀ ਤੋਂ ਲੈ ਕੇ ਤੇਜ ਪ੍ਰਕਾਸ਼ ਸਿੰਘ ਜੀ, ਅੱਜ ਮੈਨੂੰ 2 ਵਾਰ ਖੰਨੇ ਦੇ ਲੋਕਾਂ ਨੇ ਬਹੁਤ ਵੱਧ ਮਤਲਬ ਪਿਆਰ ਦਿੱਤਾ। ਅੱਜ ਤੁਸੀਂ ਜਾ ਕੇ ਖੰਨੇ 'ਚ ਪਤਾ ਕਰ ਸਕਦੇ ਹੋ ਕਿਵੇਂ ਅਸੀਂ ਇੱਕ ਪਰਿਵਾਰਕ ਰਿਸ਼ਤਾ ਬਣਾਇਆ, ਕਿਵੇਂ ਲੋਕਾਂ ਨਾਲ ਦੁੱਖ ਸੁੱਖ ਦਾ ਰਿਸ਼ਤਾ ਬਣਾਇਆ, ਕਿਵੇਂ ਅਸੀਂ ਲੋਕਾਂ ਦੀ ਸੇਵਾ ਕੀਤੀ, ਕਿਵੇਂ ਲੋਕਾਂ ਦੇ ਨਾਲ ਵਿਚਰਦੇ ਰਹੇ ਆ, ਔਰ ਨਵੀਂ ਸੋਚ ਲੈ ਕੇ ਆਏ ਆ, ਇੱਕ ਚੰਗੀ ਸੋਚ ਲੈ ਕੇ ਆਏ ਆ। ਕਦੇ ਕਿਸੇ ਨੂੰ ਉੱਚੀ ਆਵਾਜ਼ 'ਚ ਨਹੀਂ ਬੋਲੇ। ਅੱਜ ਕੋਈ ਕਹਿ ਦੇਵੇ ਵੀ ਮੈਨੂੰ ਉਹਦੇ ਤੱਕ ਵੀ ਕਿਹਾ ਹੋਵੇ। ਸੋ ਇਹ ਹੁੰਦੀ ਆ ਰਾਜਨੀਤਿਕ ਗੁੜਤੀ, ਇਹ ਹੁੰਦੀ ਆ ਰਾਜਨੀਤਿਕ ਪਿਛੋਕੜ। ਸੋ ਮੈਂ ਤੁਹਾਨੂੰ ਇਹ ਗੱਲ ਦਾਅਵੇ ਨਾਲ ਕਹਿ ਸਕਦਾ, ਸ਼ਕਤੀ ਨਾਲ ਜੀ ਨੇ ਸਵਾਲ ਕੀਤਾ, ਮੈਂ ਵੀ ਜਵਾਬ ਦੇ ਸਕਦਾ ਕਿ ਇਹ ਰਾਜਾ ਗਿੱਲ ਜੀ ਨੇ, ਮੈਂ ਤਾਂ ਦੇਖਿਆ, ਕਿਉਂਕਿ 2012 ਦੀ ਮੇਰੀ ਇਲੈਕਸ਼ਨ, 2017 ਦੀ 2 ਇਲੈਕਸ਼ਨਾਂ 'ਚ ਐਤਕੀ ਵੀ ਇਹਨਾਂ ਨੂੰ ਸਵਾਲ ਹੋਇਆ ਸੀ ਇਹ ਗੱਲ ਦਾ ਵੀ ਜੇ ਰਾਜਾ ਜੀ ਤੁਸੀਂ ਕਿਸੇ ਹੋਰ ਲੜਨ ਚਲੇ ਗਏ, ਕਿਉਂਕਿ ਇਹ ਤਾਂ ਸਾਹਨੇਵਾਲ ਤੋਂ ਲੱਗੇ ਹੋਏ ਸੀਗੇ ਲੜਨ, ਔਰ ਇਹ ਨਹੀਂ ਸੀ ਚਾਹੁੰਦੇ ਵੀ ਇੱਥੇ ਕੋਈ ਸਿਸਟਮ ਡਿਸਟਰਬ ਕਰੇ, ਕਿਉਂਕਿ ਅਮਰੀਕ ਸਿੰਘ ਜੀ 4 ਵਾਰ ਇੱਥੋਂ ਸਿਟਿੰਗ MLA ਸੀਗੇ। ਇਹ ਹੁਣ ਐਵੇਂ ਇੱਥੇ ਆ ਕੇ ਲੱਤ ਫਸਾ ਦਿੰਦੇ, ਫਿਰ ਤੁਸੀਂ ਇਹਨਾਂ ਨੂੰ ਸਵਾਲ ਕਰਦੇ ਵੀ ਵਾਕਈ ਰਾਜਾ ਜੀ ਤੁਸੀਂ ਗਲਤ ਕੀਤਾ ਹੈ, ਵੀ ਤੁਸੀਂ ਇੱਥੇ ਆ ਕੇ ਪੰਗਾ ਲਿਆ ਆ ਕੇ, ਔਰ ਤੁਸੀਂ ਫਿਰ ਇੱਥੇ ਤੁਸੀਂ ਇਸ ਤਰ੍ਹਾਂ ਦਾ ਸਾਡੇ ਡਿਵਾਈਡ ਕਰਤਾ ਸਿਸਟਮ ਨੂੰ। ਬਿਲਕੁਲ ਮੈਂ ਤਾਂ ਆਪ ਦੇਖਿਆ ਕਿ ਇਹਨਾਂ ਨੇ ਮੇਰੀ 2 ਇਲੈਕਸ਼ਨ ਦੇ ਵਿੱਚ ਐ ਲੜੀ ਇਲੈਕਸ਼ਨ ਜਿਵੇਂ ਮੈਂ ਖੁਦ ਆਪ ਲੜ ਰਿਹਾ ਹਾਂ। ਮਤਲਬ ਕੋਈ ਮੈਨੂੰ ਬੇਫਿਕਰੀ ਸੀ, ਕੋਈ ਫਿਕਰ ਨਹੀਂ ਸੀ, ਮਤਲਬ ਹਰ ਚੀਜ਼ ਦੇ ਵਿੱਚ ਇੰਨਾ ਖੁੱਭ ਕੇ
ਇਹਨਾਂ ਨੇ ਕੰਮ ਕੀਤਾ ਮੇਰੀਆਂ 2 ਚੋਣਾਂ 'ਚ। ਚਲੋ ਰਿਸ਼ਤੇਦਾਰੀ ਇੱਕ ਪਾਸੇ ਆ, ਪਰ ਇੰਨਾ ਬੰਦਾ ਮਿਹਨਤ ਨਹੀਂ ਕਰਦਾ। ਫਿਰ ਦੇਖੋ ਹੁਣ ਸਾਹ ਕਰਮ ਸਿੰਘ ਗਿੱਲ ਜੀ ਬਤੌਰ ਮੰਤਰੀ, ਮੌਜੂਦਾ ਮੰਤਰੀ ਸੀਗੇ ਜਦੋਂ ਉਹਨਾਂ ਦਾ ਦੇਹਾਂਤ ਹੋਇਆ, ਜਦੋਂ ਉਹਨਾਂ ਨੂੰ ਅਟੈਕ ਹੋਇਆ, ਉਦੋਂ ਉਹ ਮੌਜੂਦਾ ਮੁੱਖ ਮੰਤਰੀ ਸੀਗੇ ਉਸ ਸਮੇਂ। ਔਰ ਉਸ ਤੋਂ ਬਾਅਦ ਮੈਨੂੰ ਇੱਕ ਦਿਨ ਵੀ ਦੱਸ ਦਿਓ, ਇੱਕ ਦਿਨ ਮਾਣੇਵਾਲ ਸਾਹਿਬ, ਇੱਕ ਦਿਨ ਵੀ ਦੱਸ ਦਿਓ ਵੀ ਜੇ ਇਸ ਪਰਿਵਾਰ ਨੇ ਪਾਰਟੀ ਤੋਂ ਮਾੜਾ ਜਾਵੇ 1 ਇੰਚ ਵੀ ਇੱਧਰ ਉੱਧਰ ਹੋਏ। ਹੁਣ 25 ਸਾਲ ਹੋ ਗਏ, ਦੇਖ ਲਓ 96 ਦੀ ਗੱਲ ਹੈ, ਅੱਜ 2022 ਚੱਲ ਰਿਹਾ। ਕਦੇ ਵੀ ਇੱਕ ਵਾਰੀ ਵੀ ਪਾਰਟੀ ਦੇ ਖਿਲਾਫ ਕੋਈ ਮਾੜੀ ਜਿਹੀ ਵੀ ਆਵਾਜ਼ ਕੱਢੀ ਹੋਵੇ, ਜਾਂ ਕਦੇ ਮਾੜਾ ਮੋਟਾ ਇਹ ਵੀ ਕਿਹਾ ਹੋਵੇ ਵੀ ਨਹੀਂ ਅਸੀਂ ਤਾਂ ਜੀ ਔਖੇ ਭਾਰੇ ਹਾਂ, ਜਾਂ ਸਾਨੂੰ ਕੋਈ ਇਸ ਤਰ੍ਹਾਂ ਅਸੀਂ ਕੋਈ ਕੀ ਕਹਿੰਦੇ ਨੇ ਕੋਈ ਸੌਦੇਬਾਜ਼ੀ ਕਰਨੀ ਆ ਜੀ ਅਸੀਂ, ਨਾ ਕਦੇ ਵੀ ਨਹੀਂ, ਮੈਂ ਤਾਂ ਦੇਖਿਆ ਨਹੀਂ। ਢਿੱਲੋਂ ਸਾਹਿਬ ਟਿਕਟ ਲੈ ਕੇ ਇਹਨਾਂ ਦੇ ਘਰ ਗਏ, ਠੰਡਾ ਚਲੋ ਕਿਰਮਾ ਸਾਹਿਬ ਕੋਈ ਸੋ ਕਹਿਣ ਤੋਂ ਭਾਵ ਬਈ ਇਹਨਾਂ ਨੇ ਤਾਂ ਕਦੇ ਸੀ ਨਹੀਂ ਕਹੀ। ਚਲੋ ਅੱਜ ਜੇ ਪਾਰਟੀ ਨੇ ਇਹਨਾਂ ਦੀ ਵਫਾਦਾਰੀ ਨੂੰ ਦੇਖ ਕੇ, ਇਹਨਾਂ ਦੀ ਇਮਾਨਦਾਰੀ ਨੂੰ ਦੇਖ ਕੇ, ਇਹਨਾਂ ਦੀ ਪਾਰਟੀ ਪ੍ਰਤੀ ਸੇਵਾ ਨੂੰ ਦੇਖ ਕੇ ਜੇ ਅੱਜ ਟਿਕਟ ਦੇ ਦਿੱਤੀ, ਤਾਂ ਫਿਰ ਮੈਂ ਸਮਝਦਾ ਕਿ ਆਪਾਂ ਨੂੰ ਸਾਰਿਆਂ ਨੂੰ, ਮੈਂ ਉਧਰ ਵੀ ਅਪੀਲ ਕੀਤੀ ਸੀਗੀ, ਅੱਜ ਵੀ ਅਪੀਲ ਪਾਰਟੀ ਨਾਲ ਜੁੜੇ ਹੋਏ ਸੀ ਤਾਂ ਦੁੱਲੋ ਸਾਹਿਬ ਨਾਲ ਜੁੜੇ ਹੋਏ ਸੀ, ਪਰ ਜਿੱਦਣ ਮੈਨੂੰ ਟਿਕਟ ਮਿਲ ਗਈ, ਜਦ ਮੈਂ ਪਾਰਟੀ ਦਾ ਇੱਕ ਨੁਮਾਇੰਦਾ ਬਣ ਕੇ ਆ ਗਿਆ, ਤਾਂ ਫਿਰ ਕਿਸੇ ਨੇ ਊਂ ਨਹੀਂ ਕਹੀ, ਆ ਨਹੀਂ ਕਹੀ, ਸਭ ਨੇ ਫਿਰ ਮੇਰੀ ਤਕੜੇ ਹੋ ਕੇ ਮਦਦ ਕੀਤੀ ਔਰ ਜਿੱਤ ਵੀ ਹੋਈ 12 ਚ ਆਪਣੀ। ਸੋ ਇਸ ਕਰਕੇ ਐਸੀ ਗੱਲ ਨਹੀਂ, ਪਾਰਟੀ ਵੱਡੀ ਹੁੰਦੀ ਹੈ। ਮਿੰਟੂ ਜੀ ਨੇ ਕਿਹਾ ਪਾਰਟੀ ਮਾਂ ਸਾਡੀ, ਬਾਕੀ ਠੀਕ ਹੈ, ਪਾਰਟੀ ਨਾਲ ਹੀ ਆਪਾਂ ਸਾਰੇ ਜੁੜੇ ਹੋਏ ਆ, ਆਪਾਂ ਕਿਸੇ ਇੰਡੀਵਿਜੂਅਲ ਨਾਲ ਨਹੀਂ, ਠੀਕ ਆ। ਉਹ ਇੱਕ ਆਪਣਾ ਅਲੱਗ ਰਿਸ਼ਤਾ, ਉਹ ਆਪਣਾ ਭਾਈ ਜਾਂ ਕੋਈ ਆਪਣੀ ਰਿਸ਼ਤੇਦਾਰੀ ਆ, ਉਹ ਅਲੱਗ ਦੋਸਤੀ ਮਿੱਤਰਤਾ ਉਹ ਅਲੱਗ ਆ। ਪਰ ਲੇਕਿਨ ਜੇ ਆਪਾਂ ਚਾਹੁੰਦੇ ਆ ਕਿ ਸਾਡੇ ਇਲਾਕੇ ਦਾ ਵਿਕਾਸ ਹੋਵੇ, ਤਰੱਕੀ ਹੋਵੇ, ਔਰ ਸਾਨੂੰ ਇੱਕ ਐਸਾ ਨੁਮਾਇੰਦਾ ਮਿਲੇ ਜਿਹੜਾ ਸਾਡੇ ਨਾਲ ਖੁੱਭ ਕੇ ਕੰਮ ਕਰੇ, ਜਿਹੜਾ ਇੱਕ ਚੰਗੀ ਨਵੀਂ ਸੋਚ ਲੈ ਕੇ ਆਵੇ, ਔਰ ਇੱਥੋਂ ਤੱਕ ਵੀ ਇਹਨਾਂ ਨੇ ਤਾਂ ਕਿਹਾ ਵੀ ਅੱਜ ਤੋਂ ਬਾਅਦ ਤੁਸੀਂ ਮੇਰਾ ਕੋਈ ਰਿਸ਼ਤੇਦਾਰ ਤੁਹਾਡੇ ਨਾਲ ਔਰ ਜਾਂ ਕੋਈ ਹੋਰ ਬਿਲਕੁਲ ਹੀ ਮੇਰੇ ਨਾਲ ਸਿੱਧਾ ਰਾਬਤਾ ਰੱਖੋ, ਮੈਂ ਤੁਹਾਡੇ ਨਾਲ ਆ, ਮੈਂ ਆਪਣੇ ਵਰਕਰਾਂ ਨਾਲ ਆ, ਮੈਂ ਆਪਣੀ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨਾਲ ਆ, ਔਰ ਉਹਨਾਂ ਨੂੰ ਨਾਲ ਲੈ ਕੇ ਹੀ ਅੱਗੇ ਚੱਲੂੰਗਾ। ਇਹ ਵੀ ਦੇਖੋ ਕਿੱਡੀ ਵੱਡੀ ਗੱਲ। ਸੋ ਇਸ ਕਰਕੇ ਮੈਂ ਇਹਨਾਂ ਦੇ ਬੋਲਣ ਤੋਂ ਪਹਿਲਾਂ ਮੈਂ ਹੀ ਤੁਹਾਨੂੰ ਇਹ ਵਿਸ਼ਵਾਸ ਦੇ ਦਿੰਦਾ ਕਿ ਆਹ ਤੁਹਾਡਾ ਜਿਹੜਾ ਗੁਰਕੀਰਤ ਸਿੰਘ ਖੜਾ ਹੋ ਕੇ ਗੱਲ ਦੀ ਪੂਰੀ ਤਸੱਲੀ ਤੁਹਾਨੂੰ ਦਿੰਦਾ ਹੈ, ਪੂਰਾ ਵਿਸ਼ਵਾਸ ਤੁਹਾਨੂੰ ਦਿੰਦਾ ਕਿ ਰਾਜਾ ਗਿੱਲ ਜੀ ਵਰਗਾ ਇਨਸਾਨ ਜਿਹੜਾ ਤੁਹਾਨੂੰ ਮਿਲਣਾ ਬਹੁਤ ਮੁਸ਼ਕਲ ਆ। ਅੱਜ ਕਿਸਮਤ ਚੰਗੀ ਹੈ ਸਮਰਾਲੇ ਹਲਕੇ ਦੀ ਵੀ ਇਹੋ ਜਿਹਾ ਪਰਿਵਾਰਕ ਪਿਛੋਕੜ ਔਰ ਇਹਨਾਂ ਦੀ ਜਿਹੜੀ ਪਾਰਟੀ ਨੂੰ ਦੇਣਾ, ਜੋ ਇਲਾਕੇ ਨੂੰ ਦੇਣਾ, ਅੱਜ ਘਰ ਘਰ 'ਚ ਗੱਲ ਹੈ। ਸੋ ਇਸ ਕਰਕੇ ਹੁਣ ਤੁਸੀਂ ਸਾਰੇ ਤਕੜੇ ਹੋ ਕੇ ਅੱਜ ਆਪਣੀ ਡਿਊਟੀ ਸਮਝੋ ਔਰ ਰਾਜਾ ਗਿੱਲ ਬਣ ਕੇ ਤੁਸੀਂ ਆਪੋ ਆਪਣੇ ਪਿੰਡਾਂ, ਗਲੀ ਮੁਹੱਲਿਆਂ 'ਚ, ਵਾਰਡਾਂ ਦੇ ਵਿੱਚ ਕੰਮ ਕਰੋ, ਔਰ ਅਵਸ਼ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਜਿੱਤ ਜਿਹੜੀ ਆ ਉਹ ਤੁਹਾਡੀ ਹੋਏਗੀ, ਕਾਂਗਰਸ ਦੀ ਹੋਏਗੀ। ਰਾਜਾ ਗਿੱਲ ਤਾਂ ਇੱਕ ਜ਼ਰੀਆ, ਰਾਜਾ ਗਿੱਲ ਤਾਂ ਇੱਕ ਜ਼ਰੀਆ, ਇੱਕ ਨੁਮਾਇੰਦਾ, ਪਰ ਜਿੱਤ ਜਿਹੜੀ ਅਖੀਰੀ ਆ ਉਹ ਸਾਰਿਆਂ ਦੀ ਆਪਣੀ ਹੋਣੀ ਆ। ਉਹਦੇ 'ਚ ਸ਼ਕਤੀ ਨੰਦ ਜੀ ਦਾ ਬਹੁਤ ਵੱਡਾ ਹਿੱਸਾ, ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਬਹੁਤ ਵੱਡਾ ਫੈਸਲਾ ਇਸ ਪਰਿਵਾਰ ਨੇ ਕੀਤਾ, ਔਰ ਸਾਰੇ ਸਾਥੀ ਜਿਹੜੇ ਤੁਸੀਂ ਬੈਠੇ ਹੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ। ਔਰ ਜਿੱਥੇ ਵੀ ਮੈਂ ਹੁਣ, ਕਿਉਂਕਿ ਮੇਰੀਆਂ ਰੋਜ਼ 12-14 ਮੀਟਿੰਗਾਂ ਹੁੰਦੀਆਂ ਨੇ ਪਿੰਡਾਂ ਸ਼ਹਿਰ ਦੇ ਵਿੱਚ, ਉੱਥੇ ਮੈਂ ਸਭ ਤੋਂ ਖਾਸ ਗੱਲ ਇਹ ਕਹਿਣਾ ਕਿ ਇਹ 3 ਹਲਕੇ ਨੇ ਆਪਣੇ ਖੰਨੇ ਜ਼ਿਲ੍ਹੇ ਦੇ, ਤਿੰਨੇ ਜਿੱਥੇ ਜਿੱਥੇ ਵੀ ਕੋਈ ਰਿਸ਼ਤੇਦਾਰੀ, ਦੋਸਤੀ, ਮਿੱਤਰਤਾ, ਮੈਂ ਉੱਥੇ ਸਾਰਿਆਂ ਨੂੰ ਅਪੀਲ ਕਰਦਾ ਤੇ ਤੁਸੀਂ ਵੀ ਇਹੀ ਗੱਲ ਕਰੋ ਕਿ ਅਗਰ ਤੁਹਾਡੀ ਕੋਈ ਰਿਸ਼ਤੇਦਾਰੀ ਖੰਨੇ 'ਚ ਆ, ਕੋਈ ਦੋਸਤੀ ਮਿੱਤਰਤਾ ਤੁਹਾਡੀ ਪਾਇਲ 'ਚ ਆ, ਉੱਥੇ ਵੀ ਜ਼ਰੂਰ ਮਦਦ ਕਰੋ। ਔਰ ਸਾਡੇ ਖੰਨੇ ਵਾਲੇ, ਪਾਇਲ ਵਾਲੇ ਉਹ ਸਮਰਾਲੇ 'ਚ ਕਰਨਗੇ, ਸਮਰਾਲੇ ਵਾਲੇ ਖੰਨੇ ਪਾਇਲ 'ਚ ਕਰਨਗੇ, ਪਾਇਲ ਵਾਲੇ ਸਮਰਾਲੇ ਖੰਨੇ 'ਚ ਕਰਨਗੇ। ਇਹ ਇੱਕ ਸਰਕਲ ਬਣ ਜੂ, ਕੜੀ ਬਣ ਜੂਗੀ, ਔਰ ਵਧੀਆ ਤਰੀਕੇ ਨਾਲ ਆਪਾਂ ਆਪਣੀ ਜਿੱਤ ਹੋਊਗੀ। ਸਰਕਾਰ ਪ੍ਰਮਾਤਮਾ ਕਰੇ ਆਪਣੀ ਬਣ ਜੇ, ਜੋ ਹਾਲਾਤ ਬਣੇ ਹੋਏ ਨੇ ਬਿਲਕੁਲ ਠੀਕ ਠਾਕ ਹੈ, ਸਾਰਾ ਸਿਸਟਮ ਵਧੀਆ ਚੱਲ ਰਿਹਾ ਔਰ ਲੋਕਾਂ 'ਚ ਆਮ ਗੱਲ ਆ